जहाँ कछ आहा तहाँ किछ नाही। पंच तत् तह नाही। ईड़ा पिंगुला सुख मन बंदे। ए अवगण कत जाही। कागा कूटा गगन बिनस गया। तेरा बोलत कहा समाई। ए संसार मोको आन दिन व्यापै। मोको को ना कह समझाई। रहाओ जहाँ बर बांड पिंड कह नाही। रचन हार तह नाही। जोड़न हारो सदा अतीता। एकैया किस माही। जोड़ी जुड़ै ना तोड़ी टूटै। जब लग होए विनाशी। काको ठाकुर काको सेवक। ओ काहू कै जासी। कहो कबीर लिव लाग रही है। जहाँ बसे दिन राती। वाका मर्म ओही पर जानै। ओह तो सदा अविनाशी। कहो कबीर लिव लाग रही है। जहाँ बसे दिन राती। वहाँ का मर्म ओही पर जानै। ओ तो सदा अविनाशी। वाहिगुरु जी का खालसा वाहिगुरु जी की फतेह। तो परम सम्मानयोग जुगो जुग अटल शबर शतर ਅਤੇ ਤਖਤ ਦੇ ਮਾਲਕ ਬਾਣੀ ਕੇ ਗੋਹੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀਂ ਮਹਾਨ ਪਵਿੱਤਰ ਇਤਿਹਾਸਕ ਅਸਥਾਨ ਤੇ ਬਿਰਾਜਮਾਨ ਯਾਤਰਾ ਕਰ ਰਹੀ ਬਹੁਤ ਹੀ ਸਨਮਾਨਯੋਗ ਸਾਧ ਸੰਗਤ ਜੀ ਵਡਭਾਗੇ ਹੋ, ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਬਾਕਾਇਦਾ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਆਪ ਜੀ ਨੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ।
ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ, ਸੇਵਾਵਾਂ, ਭੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨ ਔਰ ਸਤਿਗੁਰੂ ਕਿਰਪਾ ਕਰਨ ਸਾਰੀਆਂ ਸੰਗਤਾਂ ਦੀਆਂ ਸ਼ੁਭ ਮਨੋਕਾਮਨਾਵਾਂ ਹਜ਼ੂਰ ਸੰਪੂਰਨ ਕਰਨ ਔਰ ਇਸੇ ਪ੍ਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਸਾਰੇ ਗੁਰੂ ਚਰਨਾਂ ਵਿੱਚ ਜੁੜ ਕੇ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਦੇ ਰਹੀਏ। ਸੋ ਸਾਧ ਸੰਗਤ ਉਪਰੰਤ ਆਪ ਜੀ ਨੇ ਦਾਸ ਪਾਸੋਂ ਹੁਣੇ ਜੋ ਇੱਕ ਪਵਿੱਤਰ ਸ਼ਬਦ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 334 ਤੇ ਗੌੜੀ ਪੂਰਬੀ ਵਿੱਚ ਦਰਜ ਹੈ। ਕਿਉਂਕਿ ਗੌੜੀ ਦੀਆਂ ਕਈ ਕਿਸਮਾਂ ਨੇ, ਦਰਜਨ ਤੋਂ ਵੀ ਵਧੇਰੇ ਕਿਸਮਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਸੋ ਅੱਜ ਦਾ ਇਹ ਜਿਹੜਾ ਸ਼ਬਦ ਹੈ ਇਹ ਗੌੜੀ ਪੂਰਬੀ ਰਾਗ ਵਿੱਚ ਹੈ, ਯਾਨੀ ਗੌੜੀ ਦੇ ਨਾਲ ਪੂਰਬੀ ਜਿਹੜੀ ਹੈ ਉਹ ਜਦੋਂ ਮਿਲ ਜਾਏ ਤੇ ਫਿਰ ਕੋਈ ਇਹ ਮੁਕੰਮਲ ਰਾਗ ਬਣਦਾ ਹੈ। ਇਹ ਲਗਭਗ 19 ਕਿਸਮਾਂ ਦੀ ਗੌੜੀ ਹੈ। ਸੋ ਸ਼ਬਦ ਦੇ ਪ੍ਰਾਰੰਭ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਜੋ ਇਹ ਸ਼ਬਦ ਉਚਾਰਨ ਕੀਤਾ ਹੈ, ਇਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਲੱਗਿਆਂ ਪੰਜਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਆਖ ਕੇ ਕਹਿ ਕੇ ਇਹਦਾ ਮੰਗਲਾਚਰਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਵਾਇਆ। ਕਿਉਂਕਿ ਰਾਗ ਤੇ ਗੌੜੀਓ ਹੀ ਚੱਲ ਰਿਹਾ ਹੈ, ਪਰ ਹੁਣ ਰਾਗ ਗੌੜੀ ਨਾਲ ਪੂਰਬੀ ਆ ਗਿਆ, ਤਾਂ ਉਹਦੀ ਇੱਕ ਕਿਸਮ ਬਦਲ ਗਈ। ਤਾਂ ਥੋੜਾ ਜਿਹਾ ਪੈਂਤੜਾ ਬਦਲ ਕੇ ਫਿਰ ਨਵੇਂ ਸਿਰਿਓਂ ਮੰਗਲਾਚਰਨ ਕਰਕੇ ਉਹਨੂੰ ਲਿਖਵਾਇਆ। तो मंगलाचरण गुरु ग्रंथ साहिब विच एक ओंकार सतगुर प्रसाद भी है, एक ओंकार सतनाम करता पुरख गुर प्रसाद भी है, और एक ओंकार तो गुर प्रसाद तक मुकम्मल मूल मंत्र भी मंगलाचरण वजों वरत्या गया है। इत्थे एक ओंकार सतगुर प्रसाद है, एक प्रतीक है वाहिद दा, ला शरीक परमात्मा दा, और हजूर कहते ने अकाल पुरख वाहिगुरु एक है। जिहड़ा साध संगत ओम शब्द है, ओम असी ओम कहने आ, किते ओम भी कहते ने। ये शब्द ते सिखिज्म दे प्रकाश तो पहला भी प्रचलित सी। ओंकार शब्द गुआंढी धर्म सनातन मत विच बहुत प्रचलित सी ते है, जिस दे कई अर्थ ने, पर असल अर्थ ਉਹਦੇ परमात्मा ही ने। तो ਜਿਹੜਾ ਉੱਪਰ ਇੰਜ ਕਰਕੇ ਇਦਾਂ ਲਾਂਵਾਈ ਹੁੰਦੀ ਨਾ, ਉਹਨੂੰ ਅਸੀਂ ਕਹਿੰਦੇ ਆ ਕਾਰ। ਉਹਦਾ ਉਚਾਰਨ ਕਰਨਾ ਕੱਕੇ ਕੰਨਾ ਰਾਰ ਰਾਰਾ ਕਾਰ। ਕਾਰ ਮੀਨਸ ਕਾਰ ਦੇ ਅਰਥ ਹੁੰਦੇ ਨੇ ਲਗਾਤਾਰ, ਜਿਵੇਂ ਨਿਰਤਕਾਰ, ਚਨਤਕਾਰ। ਇਸੇ ਤਰ੍ਹਾਂ ਓੰਕਾਰ ਉਹ ਇੱਕ ਤੇ ਹੈ, ਉਹ परमात्मा ਤੇ ਹੈ, ਉਹ ਲਗਾਤਾਰ ਹੈ। ਹੁਣ ਅਸੀਂ ਅੱਜ ਹਾਂ, ਕੋਈ ਸਮਾਂ ਸੀ ਇਦੋਂ ਪਹਿਲਾਂ ਨਹੀਂ ਸੀ, ਔਰ ਕੋਈ ਸਮਾਂ ਆਵੇਗਾ ਸਾਡੀ ਹੋਂਦ ਖਤਮ ਹੋ ਜਾਏਗੀ ਸਰੀਰ ਕਰਕੇ, ਪਰ परमात्मा ਜਿਹੜਾ ਹੈ ਉਹ ਲਗਾਤਾਰ ਹੈ, ਕੰਟੀਨਿਊ, ਖਤਮ ਨਹੀਂ ਹੁੰਦਾ। ਉਹ ਕਦੀ ਨਹੀਂ ਸੀ ਤੇ ਹੁਣ ਹੈ, ਤੇ ਫਿਰ ਕਦੀ ਨਹੀਂ। ਆਦ ਸੱਚ ਜੁਗਾਦ ਸੱਚ ਹੈ, ਵੀ ਸੱਚ ਨਾਨਕ ਹੋਸੀ ਵੀ ਸੱਚ। सतगुर मेरा सदा सदा ना आवे ना जाए, वो अविनाशी पुरख है। अविनाशी पुरख जिहड़ा व्यापक भी है ते कदी नाश भी नहीं होता, और सब में रहा समाए, वो सारियां विच समाया होया है। सो ऐसा सतगुरु, ऐसा अकाल पुरख, एक ओंकार सतगुर, सतगुर सतगुरु की किरपा नाल प्रसाद को प्राप्त होता है। मनुख कोई आत्मा परमात्मा विच अभेद होना चाहे ते ओदे लई गुरु की किरपा बड़ी जरूरी है। गुर किरपा जे नर को कीनी
ਤੇ ਇਹ ਜੁਗਤ ਪਛਾਨੀ, ਫਿਰ ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਪਰ ਗੁਰ ਕਿਰਪਾ ਵਿੱਚ ਹੋਵੇ ਤੇ ਤਾਂ ਗੁਰ ਪ੍ਰਸਾਦ। ਜੇ ਤੁਸੀਂ ਇਕੱਲੇ ਗੁਰ ਪ੍ਰਸਾਦ ਵਾਲੇ ਸ਼ਬਦ ਗੁਰਬਾਣੀ ਵਿੱਚੋਂ ਲੱਭੋ ਤੇ ਸੈਂਕੜੇ ਸ਼ਬਦ ਨੇ। ਗੁਰ ਪ੍ਰਸਾਦ ਦਾ ਵੱਖਰਾ ਕਨਸੈਪਟ ਹੈ, ਜਿਹਦੇ 'ਚ ਇਹ ਜ਼ੋਰ ਦਿੱਤਾ ਗਿਆ ਵੀ ਆਤਮਾ ਨੂੰ, ਸਰੀਰ ਨੂੰ, ਮਨੁੱਖ ਨੂੰ ਗੁਰ ਪ੍ਰਸਾਦ ਦੀ ਜ਼ਰੂਰਤ ਹੈ। ਗੁਰ ਪ੍ਰਸਾਦ ਤੋਂ ਬਿਨਾਂ ਅਧਿਆਤਮਕ ਪੱਖੋਂ ਜੀਵਨ ਸਫਲ ਨਹੀਂ ਕਰ ਸਕਦਾ। ਇਹੀ ਕਾਰਨ ਹੈ ਵੀ ਸਿੱਖ ਧਰਮ ਦੇ ਪ੍ਰਕਾਸ਼ ਤੋਂ ਪਹਿਲਾਂ ਵੀ ਗੁਰੂ ਦੇ ਉੱਤੇ ਬੜਾ ਜ਼ੋਰ ਦਿੱਤਾ ਗਿਆ। ਇੱਥੋਂ ਤੱਕ ਵੀ ਕਿਹਾ ਗਿਆ ਵੀ ਜੇ ਕਿਸੇ ਵੇਲੇ ਇਸ ਤਰ੍ਹਾਂ ਦੀ ਵਿਧ ਬਣ ਜਾਏ ਵੀ ਗੁਰੂ ਜੀ ਵੀ ਖੜੇ ਹੋਣ ਤੇ ਰੱਬ ਜੀ ਵੀ ਗੁਰੂ ਦੇ ਕੋਲ ਇੱਕੋ ਥੜੇ ਤੇ ਖੜੇ ਹੋਣ, ਤੇ ਹੁਣ ਸਤਿਕਾਰ ਤੇ ਦੋਵਾਂ ਦਾ ਕਰਨਾ। ਇਹ ਤੇ ਨਹੀਂ ਵੀ ਗੁਰੂ ਦਾ ਕਰਨਾ ਤੇ ਰੱਬ ਦਾ ਨਹੀਂ ਕਰਨਾ, ਰੱਬ ਦਾ ਕਰਨਾ ਤੇ ਗੁਰੂ ਦਾ ਨਹੀਂ ਕਰਨਾ। ਹੁਣ ਜੇ ਇੱਕੋ ਪਲੇਟਫਾਰਮ ਤੇ, ਇੱਕੋ ਜਗ੍ਹਾ ਤੇ, ਸੇਮ ਟਾਈਮ ਸੇਮ ਪਲੇਸ ਦੇ ਉੱਤੇ ਖੜੇ ਹੋਣ ਤੇ ਮੈਂ ਉੱਥੇ ਚਲਾ ਜਾ, ਹੁਣ ਮੇਰਾ ਉਹ ਨੈਤਿਕ ਫਰਜ਼ ਹੈ, ਸੱਭਿਅਤਾ ਹੈ ਵੀ ਮੈਂ ਨਮਸਕਾਰ ਕਰਨੀ ਹੈ, ਪਰ ਮੈਂ ਪਹਿਲਾਂ ਕਿਹਨੂੰ ਕਰਾਂ? ਗੁਰ ਗੋਬਿੰਦ ਦੋ ਖਰੇ, ਕਾਕੇ ਲਾਗੋਂ ਪਾਏ। ਤੇ ਉੱਤਰ ਦਿੱਤਾ ਬਲਿਹਾਰੀ ਗੁਰ ਆਪਣੇ, ਜਿਨ ਗੋਬਿੰਦ ਦਿਓ ਮਿਲਾਏ। ਭਾਈ ਪਹਿਲਾਂ ਗੁਰੂ ਨੂੰ ਨਮਸਕਾਰ ਕਰ। ਜੇ ਗੁਰੂ ਤੇਰੀ ਸਹਾਇਤਾ ਨਾ ਕਰਦਾ, ਜੇ ਗੁਰੂ ਤੇਰੀ ਮਦਦਗਾਰ ਨਾ ਹੁੰਦਾ ਤੇ ਤੂੰ ਗੋਬਿੰਦ ਨਾਲ ਕਿੱਥੋਂ ਮਿਲ ਪੈਂਦੋ? ਇਸ ਲਈ ਉੱਥੇ ਵੀ ਗੁਰੂ ਨੂੰ ਵੇਖੋ ਨਿਰੰਕਾਰ ਨਾਲੋਂ ਵੀ ਵਧੇਰੇ ਤਰਜੀਹ ਦਿੱਤੀ, ਕਿਉਂਕਿ ਉਹ ਜਗਿਆਸੂ ਦੀ ਉਂਗਲ ਪਕੜ ਕੇ ਇਸ ਨੂੰ ਗੋਬਿੰਦ ਦੇ ਕੋਲ ਲੈ ਕੇ ਜਾਂਦਾ, ਮਾਰਗਦਰਸ਼ਨ ਕਰਦਾ। ਤੋ ਗੁਰੂ ਦੀ ਬੜੀ ਅਹਿਮੀਅਤ ਹੈ ਸਾਡੇ ਗੁਰੂ ਪ੍ਰਣਾਲੀ ਵਿੱਚ, ਸਿੱਖੀਜ਼ਮ ਵਿੱਚ। ਸਾਧ ਸੰਗਤ, ਗੁਰੂ ਵਾਲੇ ਬਣਨ ਦੇ ਉੱਤੇ ਬਹੁਤ ਵੱਡਾ ਜ਼ੋਰ ਦਿੱਤਾ ਗਿਆ। ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ ਦੇ ਉੱਤੇ ਬੜਾ ਜ਼ੋਰ ਦਿੱਤਾ ਹੈ ਵੀ ਸਿੱਖਾ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ। ਵੇਖੋ ਜੇ ਕਿਸੇ ਵੇਲੇ ਗੁਰੂ ਤੋਂ ਥੋੜੇ ਜਿਹੇ ਭਾਈ ਮਾਨ ਸਿੰਘ ਬੇਮੁਖ ਹੋਏ, ਬਦਾਵਾ ਲਿਖਿਆ ਇਹਦੇ ਨਾਲ ਤੇ ਸਾਰੇ ਵਿਦਵਾਨ ਸਹਿਮਤ ਨੇ। ਸਿਰਫ ਇੰਨੀ ਕੁ ਕੰਟਰੋਵਰਸੀ ਹੈ ਵੀ ਕੁਝ ਕਹਿੰਦੇ ਨੇ ਇਹ ਅਨੰਦਪੁਰ ਸਾਹਿਬ ਲਿਖਿਆ, ਕੁਝ ਕਹਿੰਦੇ ਨੇ ਵੀ ਨਹੀਂ ਇਹ ਬਾਅਦ ਵਿੱਚ ਲਿਖਿਆ। ਉਹ ਕੋਈ ਮਾਇਨੇ ਨਹੀਂ ਰੱਖਦਾ, ਸਿਧਾਂਤ ਨੂੰ ਕੋਈ ਫਰਕ ਨਹੀਂ ਪੈਂਦਾ। ਮਨੁੱਖ ਡੋਲ ਜਾਂਦਾ, ਦੁਨੀ ਚੰਦ ਡੋਲ ਗਿਆ, ਦੀਵਾਨ ਨੰਦ ਚੰਦ ਡੋਲ ਗਿਆ, ਕਿਤਨੇ ਡੋਲ ਗਏ, ਔਰ ਸਾਡੇ ਵਰਗੇ ਤੇ ਰੋਜ਼ ਡੋਲਦੇ ਨੇ। ਹੁਣ ਡੋਲ ਗਿਆ ਭਾਈ ਮਾਨ ਸਿੰਘ, ਤੇ ਫਿਰ ਜਿਸ ਵੇਲੇ ਸ਼ਹੀਦੀ ਪਾਈ, ਅਜੇ ਸਹਿਕ ਰਹੇ ਸਨ, ਮਹਾਰਾਜ ਨੇ ਜਾ ਕੇ ਜੇਬ ਚੋਂ ਰੁਮਾਲ ਕੱਢ ਕੇ ਮੂੰਹ ਪੂੰਝਿਆ, ਕਿਉਂਕਿ ਲਹੂ ਮਸ਼ਹਿਰਿਆਂ ਤੇ ਵੀ ਲੱਗੀ ਸੀ, ਦਾੜੇ ਤੇ ਵੀ, ਛਾਤੀ ਤੇ ਵੀ। ਹਜ਼ੂਰ ਨੇ ਪੱਟ ਦੇ ਉੱਤੇ ਸਿਰ ਰੱਖਿਆ ਭਾਈ ਮਾਨ ਸਿੰਘ ਦਾ। ਮਾਨ ਸਿਆ ਮੰਗ ਕੀ ਮੰਗਣਾ? ਤੇ ਉਸ ਵੇਲੇ ਭਾਈ ਸਾਹਿਬ ਨੇ ਜੋ ਮੰਗਿਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਆਖਣ ਲੱਗੇ ਮਹਾਰਾਜ ਜੋ 4 ਕੁ ਲੀਕਾਂ ਜਿਹੜੀਆਂ ਕਾਗਜ਼ ਤੇ ਮਾਰ ਕੇ ਮੈਂ ਦੇ ਆਇਆ ਸਾਂ ਨਾ, ਉਦੋਂ ਬਾਅਦ ਮੈਨੂੰ ਉਹਨਾਂ ਨੇ ਬੇਚੈਨ ਕਰ ਦਿੱਤਾ। ਮੈਨੂੰ ਅੰਦਰੋਂ ਉਹ ਲਾਈਨਾਂ ਧਰਕਾਰਦੀਆਂ ਸਨ, ਮੈਨੂੰ ਅੰਦਰੋਂ ਝੰਜੋੜਦੀਆਂ ਸਨ। ਜੇ ਤਰੁੱਠੇ ਹੀ ਹੋ ਤੇ ਉਹ ਜਿਹੜੇ 4 ਕੁ ਅੱਖਰ ਮੈਂ ਬੇਦਾਵੇ ਦੇ ਰੂਪ 'ਚ ਲਿਖ ਬੈਠਾ ਸਾਂ, ਮਹਾਰਾਜ ਉਹਨੂੰ ਪਾੜ ਦੇ। ਹਜ਼ੂਰ ਨੇ ਉਹ ਕਾਗਜ਼ 2 ਫਾੜ ਕੀਤਾ, ਫਿਰ 4 ਫਾੜ ਕੀਤਾ, ਫਿਰ 8 ਟੁਕੜੇ, 16 ਟੁਕੜੇ, 32 ਟੁਕੜੇ, 64 ਟੁਕੜੇ, ਔਰ ਇੰਜ ਹਜ਼ੂਰ ਨੇ ਹਵਾ ਵਿੱਚ ਲਹਿਰਾ ਦਿੱਤੇ। ਔਰ ਇੱਕ ਨਾਲ ਘੁੱਟ ਕੇ ਆਪਣੇ ਸੇਵਕ ਨੂੰ ਲਾਇਆ, ਜਾ ਮਾਂ ਸਿਆ ਤੈਨੂੰ ਮੁਆਫ ਕੀਤਾ। ਇਹਦਾ ਮਤਲਬ ਗੁਰੂ ਦੀ ਲੋੜ ਹੈ, ਗੁਰੂ ਤੋਂ ਬੇਮੁਖ ਜੋ ਹੋ ਗਏ ਸਨ। तो भाई साहब ਨੂੰ वक्त सिर समझ आ गई भी गुरु तो बेमुखताई कितनी कष्टकारी है। तो एक ओंकार सतगुर प्रसाद वो एक है, लगातार है और सतगुरु की कृपा नाल उसनूं प्राप्त किया जा सकता, उंज नहीं। हुण मैं दरगाही बोल आप जी की नजर करा, शब्द महा महंगा है, पर इन्ना कु रंभ च बेनती करदे भी एक पासे मोह नूं खड़ा कीता है, एक पासे लिव नूं खड़ा कीता है। मोह तुसीं समझदे हो बड़ा जबरदस्त जज्बा है, मोह दिसदा नहीं, काम दिसदा नहीं, क्रोध दिसदा नहीं, पर ये इस तरह के वकार ने जिहड़े मनुख की पूरी जिंदगी नूं तबाह करन लगिया देर नहीं लाते। गुस्से विच मनुख तो 1 मिनट विच कतल हो जाता है और ता उमर जेल दियां सलाखां विच कहंदा यार पता नहीं मैनूं उस घड़ी हो ही की गया सी। तो भाई उस घड़ी ही अपने आप नूं संभालना होंदा।
मैं तो अक्सर अर्ज करना हुन्ना भी जिगरे वाले जवान बिंदक बिंदक गल्लां नूं लैके नौबत कतलों तक नहीं लै आउंदे। आखिर सहन शक्ति भी होनी चाहिए है। तो मैं क्यों कहना वा, क्योंकि आज़ाद भारत विच 1947 तो 2021 तक जितने कतल होए और कतलों दीयां सजावां भोगियां, साडी गिनती 2% है, सजावां सानू 50% मिलियां। यानी जिन्ने लोग जेलों च ने उन्हां च 50% असीं कल्ले पंजाबी हाँ, गिनती साडी 2% है। मतलब गुस्सा नक ते है। तो कहणगे जी इस ये कथा, ये भी कथा है। वो प्यारिओ, जे किसी को सिर दर्द हो रही है तो डॉक्टर तो सिर दर्द की गोली देगा ना। ये कथा है, ये साडे समाज की विडंबना है। सानू इस पक्ष तो अपने मन दे नाल भुलना पएगा। सानू अपने कन्नां नूं प्रिपेयर करना पएगा निंदा सुनने वास्ते। तेरी कोई आलोचना भी कर सकता है, कली उस्तत नहीं होनी। और वो आलोचना जदों होवेगी तू किवें उहनूं बर्दाश्त करना, किवें सहन करना है उन्होंने, तो खैर ये वखरा विषय है। मोह एक पासे खड़ा किया है, एक पासे लिव खड़ी की है। सुरत ध्यान एक पासे शब्द विच सुरत है, ये तो मनुख उच्चा उठ जाता है। जे शब्द विच सुरत नहीं जुड़ी तो फिर बड़ा मुश्किल है। हुण शब्द विच जिहड़ी सुरत है ना, ये थोड़ा जिहा अंदर संघर्ष चलता है। एक होर मैं बेनती करा, ये चीज़ां सिखाईयां जाणियां ने गुरुद्वारियां च। गुरुद्वारा बनाने लगे असीं कोशिश करने भी सानू किसी चौंक च जगह मिले। क्यों? दुकानां कट देंगे, किराया आवे करेगा। जदों तुसीं गुरु साहिबान का जीवन पढ़ते हो तो जितने गुरुद्वारे उन्होंने बनाए, गुरु नानक साहब ने पहला स्थान करतारपुर बनाया, बिल्कुल निर्जर जंगल, रावी का कंढा और पिन ड्रॉप साइलेंस। कौम दे वारिस हो तुसीं, मैं ते तुहाडा सेवादार हां। सानू मुੱਢੋਂ सुद्धों कुछ गल्लां पैंतरा बदल के करनियां पैणगीਆਂ। अज साडा सारा जोर ये हुंदा है लिव किवें लगे, सुरत किवें लगे, प्रैशर हार। हुण एक बच्चे ने बुलट मोटरसाइकिल ते उचेचा 2000 रुपया खर्च करके प्रैशर हॉर्न लगवाया है। वो कहता भी हुण इत्थों दी लंघना दमदमा साहब के कोलों संगत आ जा रही है, तो जे मैं किसी नूं सुनाया ही ना तो फिर 2000 रुपया खर्चण का की फायदा। वो वजांदा है। तो जे तुसीं रोक के कह दो भी बेटा ये नहीं, तो वो होर ज़्यादा वजांदा भी तुहाडी की ताकत है मैनूं रोकण दी। ये तो एक एग्जाम्पल है ना। तुसीं बाजार विच गलियां चले, साडे हॉर्न वजाण नाल कोई पासे हटदा है? कदी वेख्या भी हॉर्न वजाया तो पासे हट गया? कोई नहीं हटदा। वो सिर्फ साडी एक तसल्ली है। जदों तुसीं गुरु साहिबान का जीवन पढ़ते हो तो बिल्कुल निर्जर जंगलों में गुरुद्वारे बनाए हो, दरियावां के कंढियां ते गुरुद्वारे बनाए। मैं तुहानूं गिना दियां, करतारपुर साहब लै लो, वो रावी के कंढे थे। फिर महाराज ने, गुरु अंगद साहब ने हुक्म किया गुरु अमरदास नूं भी नगर वसाओ गोइंदे खत्री के नाम से, ब्यास के कंढे ते गोइंदवाल। जे चौथे पातशाह ने गुरु रामदास नगर वसाया, भावें दरिया ते नेड़े नहीं सी, उहदी थां सरोवर बनाए, पर बिल्कुल कोई नगर नहीं सी। पहला जंगल सी, दूर दूर तक ना तरन ताਰਨ सी। आ जिहड़ा तुहाडा शहर है ये गुरु नानक साहब के वेले आजाद होया है। इस इको बंदे ने 2 शहर वसाए सन। एक उन्हें वसाया सी सुल्तानपुर लोधी, वो लोधी सन, उन्हों का लास्ट नेम लोधी सी। ते एदा नाम उन्होंने रखिया लोधी आना, लोधियां दा घर, ते ओदा नाम ही सुल्तानपुर लोधी उन्हें अपने नाम ते ही रख दिता। इको बंदे ने 2 नगर वसाए। ये नगर उदों थोड़ा पुराना है, पर यह गोइंदवाल साहब, करतारपुर साहब, अमृतसर साहब, तरन ताਰਨ साहब, ये सारे गुरुआं दे वसाए हुए नगर ने। कीरतपुर साहब, आनंदपुर साहब, श्री हरगोबिंदपुरा 6वें पातशाह। हुण तुसीं सारे नगर वेख लो, सारे निर्जर जंगलों के विच वसाए और दरियावां के कंढियां ते वसाए। वजह की सी भी बिल्कुल की पॉइंट्स, स्वच्छ वातावरण, हवा बिल्कुल साफ सुथरी, निर्जर जंगल, पंछियां की चहचहाहट और कोई शोर शराबा नहीं, कोई रौला गौला नहीं। क्यों? असी जो बना रहे हैं उसका संबंध मैਡੀਟੇਸ਼ਨ नाल, इनकम नाल नहीं भी कमर्शियल दुकानां होणगीਆਂ, रौला रप्पा पवेगा। सानू स्वाद ही नहीं आता पंजाबियों को जिन्ना चिर रौला रप्पा ना पवे। तो जिन्ने गुरुद्वारे हजूर ने बनाए बिल्कुल एकांत विच बनाए। और फिर उत्थे जदों बैठना तो सुरत के उत्ते जोर देना।
ਅੱਜ ਦਾ ਸਾਰਾ ਸ਼ਬਦ ਇੱਕ ਪਾਸੇ ਲਿਵ, ਇੱਕ ਪਾਸੇ ਮੋਹ, ਸਰੀਰ ਦਾ ਮੋਹ, ਸੰਸਾਰ ਦਾ ਮੋਹ, ਪਰਿਵਾਰ ਦਾ ਮੋਹ ਔਰ ਕਈ ਕਿਸਮ ਦੇ ਮੋਹ। ਜਦੋਂ ਤੱਕ ਲਿਵ ਨਹੀਂ ਲੱਗਦੀ ਮੋਹ ਨਹੀਂ ਟੁੱਟਦਾ, ਔਰ ਜਦੋਂ ਤੱਕ ਮੋਹ ਬਣਿਆ ਹੋਇਆ ਉਦੋਂ ਤੱਕ ਲਿਵ ਵੀ ਨਹੀਂ ਲੱਗਦੀ। ਅੱਜ ਦੇ ਸ਼ਬਦ ਵਿੱਚ ਵਿਆਖਿਆ ਹੈ, ਸ਼ਬਦ ਮਹਿੰਗਾ ਹੈ, ਮੈਂ ਉਹਨਾਂ ਬੋਲਾਂ ਵਾਲੇ ਪਾਸੇ ਵੀ ਜਾਵਾਂਗਾ, ਪਰ ਸੁਰਤ ਦੇ ਉੱਤੇ ਕਿੰਨਾ ਜ਼ੋਰ ਦਿੱਤਾ। ਮੈਂ ਦੋ ਕੁ ਬੇਨਤੀਆਂ ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ ਚੋਂ ਆਪ ਜੀ ਨਾਲ ਕਰਕੇ ਫਿਰ ਅੱਗੇ ਚੱਲਾਂਗਾ। ਭਗਤ ਕਬੀਰ ਸਾਹਿਬ ਦਾ ਹੀ ਇੱਕ ਸ਼ਬਦ ਹੈ, ਮੇਰਾ ਖਿਆਲ ਇਸੇ ਰਾਗ ਵਿੱਚ ਅੱਗੇ ਜਾ ਕੇ ਆ ਜਾਣਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ। ਮੈਂ ਥੋੜੇ ਜਿਹੇ ਇਹਦੇ ਬਚਨ ਵੀ ਤੁਹਾਡੀ ਨਜ਼ਰ ਕਰਦੇ ਹਾਂ। ਜਹ ਕਛ ਆਹਾ ਤਹਾਂ ਕਛ ਨਾਹੀ, ਪੰਚ ਤਤ ਤਹ ਨਾਹੀ, ਈੜਾ ਪਿੰਗਲਾ ਸੁਖਮਨ ਬੰਦੇ ਇਹ ਅਵਗਣ ਕਤ ਜਾਏ। ਮੈਂ ਵਾਰ-ਵਾਰ ਮਾਂ ਮਹਿੰਗਾ ਸ਼ਬਦ ਤਾਂ ਕਹਿਣਾ ਵੀ ਤੁਸੀਂ ਆਡੀਅנס ਦੀ ਗੱਲ ਛੱਡੋ, ਕਿਸੇ ਪ੍ਰੋਫੈਸ਼ਨਲ ਬੰਦੇ ਨੂੰ ਲਿਆਓ, ਉਹਨੂੰ ਕਹੋ ਵੀ ਕੀ ਅਰਥ ਨੇ ਜਹ ਕਛ ਆਹਾ ਤਹਾਂ ਕਛ ਨਾਹੀ, ਪੰਚ ਤਤ ਤਹ ਨਾਹੀ, ਈੜਾ ਪਿੰਗਲਾ ਸੁਖਮਨ ਬੰਦੇ ਇਹ ਅਵਗਣ ਕਤ ਜਾਈ, ਤਾਗਾ ਟੂਟਾ ਗगन बिलस गया, तेरा बोलत कहाँ समाई, ये संसा मुख वन दिन व्यापै, मुख को ना कह समझाई। वो हाथ खड़े कर देगा। महा महंगे ने जह कछ आहा, पहला जहां कछ जिथे कुछ आहा सी, पहला जिथे कुछ सी, जहां जिथे कछ कुछ आहा, आहा मैंने सी, हुण उत्थे नहीं। पहला मेरे विच जिहड़ी शरीर की ममता सी ना, जिदन दी मेरी शब्द नाल लिव लगन लग पई है, उदन दी मेरी शरीरक ममता खत्म हो गई है। और पंच तत्त तै नाही, जिहड़ा पंजां तत्तां दा शरीर बनिया है, उहदी ममता उहदा मोह खत्म हो गया। ईड़ा पिंगला सुखमन बंदे ए अवगण कत जाई, ईड़ा खब्बी नास, पिंगला सज्जी नास और सुखमन दूहां परवटियां दे विच इत्थे प्राणां नूं रोकदे ने। इदां करके ना साध संगत ते खब्बी नास नाल साह खिੱਚਦੇ ने, फिर उसे उंगल नूं उधरों प्रैस करके सज्जी थाणी छड्डदे ने, फिर सज्जी चों खिੱਚ के खब्बी चों छड्डदे। इस तरह कुछ प्राणायाम करके फिर उस श्वास नूं इत्थे टकांदे ने और इहनूं ਉਹ प्राणायाम योग साधन आंदे ने। गुरमत ने सानूं इन्हां सियापियां च पैण दा मना किया, यदि जरूरत नहीं की जी। शरीर ठीक हो जाता जी, शरीर तो जे तुसीं खाण पाण का ध्यान रखो वैसे ठीक रहिंदा, और कोई एक्सरसाइज कोई योग सैर का मुकाबला नहीं कर सकता। मैडिकल साइंस कहती है जिहड़ा बंदा 4-5 किलोमीटर काली काली तुर लैंदा, कोई एक्सरसाइज कोई जिम कोई योगा इस चीज़ का मुकाबला नहीं करता। ते जिहड़े भाई गृहस्थी ने, कोई 2 डंगर रखे ने, खेती करते हैं, बिजनेस करते हैं, उंज ही खेचल हो जाती है, उन्होंने जरूरत नहीं। तो वेले बंदियां दे काम ने, जे कुछ नहीं करना तो चलो कोई एक्सरसाइज कर लेनी चाहिए हल्की फुल्की, पर इस भावना नाल नहीं भी ये सज्जी खब्बी नास के चक्कर च मैनूं रब मिल जाएगा। थोड़ा बहुता ये उपरला हिस्सा तुहाडा साफ हो सकता है कफ वगैरह तो, होर इहदा कोई प्रयोजन नहीं। खैर, ईड़ा पिंगला सुखमन बंदे ये खब्बी नास सज्जी नास, दूहां परवटियां दे विचली थां च प्राण टकाणे, ये अवगण कत जाई। इहनूं भगत जी ते उगण ही दसदे ने, कहते ने ये जिहड़े मेरे चौगण सन ना, पहला साह इधरों खिच इधरों, जदों कोई चीज़ नवीं आउंदी असीं प्रभावित बड़े हो जाते हैं। हुण दे तरीका लै तरीका, रामदेव ही हो रही है 4 सवेरे, ते प्यारिओ रामदेव हुण 10 गुरुआं तो अगे लंघ जाएगा, ਉਹਦਾ पाज अज नहीं खुलेगा कल खुल जाएगा, कल नहीं तो परसों खुल जाएगा, परसों नहीं तो चौथ खुल जाएगा, खोटा टबूआ तो एक दिन खुलेगा ही खुलेगा। है ये सज्जी नास खब्बी नास ते विचला परवटियां दे सन च प्राण रोकने, ये जिहड़े अवगण सन ये पता नहीं कित्थे चले गए ने, सारे मेरे मगरों लै गए ने। मैं नहीं हुण करदा, पहला मैं करदा सा, मैं नहीं सा करदा, कबीर साहब कह रहे। हुण धागा टूटा, मोह वाला धागा ही टुट गया। ये हुंदा ते धागा है ना प्यारे, धागा किवें हुंदा? बई पुत्र बैठा है 7 समुंदर पार, धी बैठी है 7 समुंदर पार, मोह की लटक लग गई, हुण धागा दिसदा भी कोई नहीं, और उस धागे ने तुहानूं बन लिया। लटक लग गई, 10 मिनट लगी रही, 20 मिनट लगी रही। मैं लोगों नूं
ਚਿੱਟੀਆਂ ਦਾੜੀਆਂ ਵਾਲਿਆਂ ਨੂੰ ਬੱਚਿਆਂ ਦੇ ਮੋਹ ਵਿੱਚ ਰੋਂਦੇ ਤੱਕ ਵੇਖਿਆ। ਮਤਲਬ ਇਹ ਜਜ਼ਬਾ ਜਿਹੜਾ ਮੋਹ ਦਾ ਹੈ। ਦੇਖੋ ਬੰਦਰ, ਮਾਤਾ ਬੰਦਰੀ ਜਿਹੜੀ ਹੈ, ਬੱਚਾ ਮਰ ਜਾਏ ਤੇ ਕਹਿੰਦੇ ਨੇ ਉਹ ਮਰੇ ਹੋਏ ਬੱਚੇ ਨੂੰ ਇੱਕ ਨਾਲ ਲਾਈ ਰੱਖਦੀ ਹੈ, ਫਿਰ ਉਹ ਸੜਦਾ ਹੈ, ਬਦਬੂ ਆਉਂਦੀ ਹੈ, ਉਸ ਤਰ੍ਹਾਂ ਹੀ ਨਾਲ ਲਾਈ ਰੱਖਦੀ, ਫਿਰ ਉਹ ਆਹਿਸਤਾ ਆਹਿਸਤਾ ਡਿੱਗਦਾ ਹੈ, ਹੌਲੀ ਹੌਲੀ ਉਹਦੀ ਸਕਿਨ ਵੀ ਡਿੱਗ ਪੈਂਦੀ ਹੈ, ਨਿੱਝ ਡਿੱਗ ਪੈਂਦੀ ਹੈ, ਅੱਖਾਂ ਜੁਦਾ ਹੋ ਜਾਂਦੀਆਂ। ਇੱਕ ਜਿਹੜੀ ਵੱਡੀ ਹੱਡੀ ਹੈ ਅਖੀਰ ਵਿੱਚ ਉਹ ਬਚਦੀ ਹੈ, ਔਰ ਕਈ ਕਈ ਮਹੀਨੇ, ਕਈ ਕਈ ਸਾਲ ਉਸ ਹੱਡੀ ਨੂੰ ਚੁੱਕ ਕੇ ਤੁਰੀ ਫਿਰਦੀ। ਕੈਸੀ ਮਮਤਾ ਹੈ ਇਹ ਸਾਰਿਆਂ ਵਿੱਚ। ਮਹਾਰਾਜ ਬਾਣੀ ਚ ਕਹਿੰਦੇ ਨਾ, ਹੇ ਅਜਿਤ ਸੂਰ ਸੰਗਰਾਮੰ, ਮੋਹ ਨੂੰ ਮਹਾਰਾਜ ਕਹਿੰਦੇ ਤੂੰ ਨਾ ਜਿੱਤਿਆ ਜਾਣ ਵਾਲਾ ਸੂਰਮਾ ਹੈ। ਹੇ ਅਜਿਤ ਸੂਰ ਸੰਗਰਾਮੰ, ਸੰਗਰਾਮ ਵਿੱਚ ਇਹ ਸੂਰਮੇ ਤੂੰ ਨਾ ਜਿੱਤਿਆ ਜਾਣ ਵਾਲਾ। ਵੱਡੇ ਵੱਡੇ ਸੂਰਮੇ ਕਹਿੰਦੇ ਕੁਆਂਦਿਆਂ ਨੂੰ ਤੂੰ ਮੂਧੜੇ ਮੂੰਹ ਸੁੱਟਦਾ। ਇਬਰਾਹਿਮ ਵਰਗੇ ਇਲਹਾਮ ਹੁੰਦਾ ਹੈ ਬਈ ਇਬਰਾਹਿਮ ਤੂੰ ਮੇਰੇ ਵਾਸਤੇ ਆਪਣੇ ਪੁੱਤਰ ਦੀ ਕੁਰਬਾਨੀ ਦੇ, ਤਿਆਰ ਹੋ ਜਾਂਦਾ। ਤੇ ਜਦੋਂ ਦੇਣ ਲੱਗਦਾ ਹੈ ਤੇ ਕਥਾ ਕਹਿੰਦੀ ਹੈ, ਇਤਿਹਾਸ ਕਹਿੰਦਾ ਵੀ ਕਹਿੰਦਾ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਦਿਓ, ਡੋਲ ਜਾਂਦਾ। ਆਚਾਰੀਆ ਦਰੋਣ ਵਰਗੇ ਜਦੋਂ ਛਲ ਕਰਕੇ ਉਹ ਕਹਿੰਦੇ ਨੇ ਅਸਥਮਾ ਮਰ ਗਿਆ, ਪੁੱਤਰ ਦਾ ਨਾਂ ਹੈ, ਮੈਦਾਨੇ ਜੰਗ ਵਿੱਚ ਹਥਿਆਰ ਰੱਖ ਦਿੰਦਾ, ਉਹ ਮਾਰਿਆ ਜਾਂਦਾ। 10,000 ਸੈਨਿਕਾਂ ਨੂੰ ਰੋਜ਼ ਕਤਲ ਕਰਦਾ ਸੀ ਆਚਾਰੀਆ ਦਰੋਣ। ਅਰਜੁਨ ਵਰਗਿਆਂ ਦੇ ਪਸੀਨੇ ਛੁੱਟ ਜਾਂਦੇ ਸਨ। ਇਹ ਅਖਾਣ ਮੈਂ ਸੁਣਿਆ ਹੈ ਵੀ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜਾ, ਪਰ ਮੈਂ ਇਹਦੇ ਨਾਲ ਸਹਿਮਤ ਕੋਲੀਗਾ। ਐਕਸਪੀਰੀਅੰਸ ਬੜੀ ਚੀਜ਼ ਹੁੰਦੀ ਹੈ, ਉਹ ਕਿਤਾਬਾਂ ਚੋਂ ਨਹੀਂ ਮਿਲਦਾ, ਬਾਜ਼ਾਰਾਂ ਵਿੱਚੋਂ ਵੀ ਨਹੀਂ ਮਿਲਦਾ। ਹਾਂ, ਕਦੀ ਕਦੀ ਉਸਤਾਦਾਂ ਦੇ ਮਨ 'ਚ ਇਹ ਗੱਲ ਜ਼ਰੂਰ ਆ ਜਾਂਦੀ ਹੈ ਵੀ ਮੇਰਾ ਵਿਦਿਆਰਥੀ ਮੇਰੇ ਨਾਲੋਂ ਵੀ ਅੱਗੇ ਨਿਕਲੇ, ਤੇ ਮੁਕਾਬਲੇ 'ਚ ਜਾਣ ਕੇ ਢੇਲੇ ਹੋ ਜਾਣ ਤੇ ਉਹ ਵੱਖਰੀ ਗੱਲ ਹੈ, ਵਰਨਾ ਇੰਨਾ ਆਸਾਨ ਨਹੀਂ ਹੈ। ਪਰ ਆਚਾਰੀਆ ਦਰੋਣ ਜਿਹਨੂੰ ਕੋਈ ਪਾਂਡਵ, ਕੋਈ ਕੌਰਵ, ਕੋਈ ਵੀ ਵਿਰੋਧੀ ਸੈਨਾ ਦਾ ਵਿਅਕਤੀ ਜੇਰ ਨਹੀਂ ਕਰ ਸਕਿਆ, ਮੋਹ ਸੂਰਮੇ ਨੇ ਉਹਨੂੰ ਮੂਧੜੇ ਮੂੰਹ ਸੁੱਟਿਆ। ਇਹ ਜਜ਼ਬਾ ਹੈ ਪਿਆਰਿਓ, ਦਿਸਦਾ ਤੇ ਨਹੀਂ, ਪਰ ਮੈਂ, ਤੁਸੀਂ, ਅਸੀਂ ਸਾਰੇ ਉਸ ਮੋਹ ਦੇ ਅਧੀਨ ਚੱਲ ਰਹੇ। ਧੀਆਂ ਦਾ, ਪੁੱਤਰਾਂ ਦਾ ਜ਼ਿੰਮੇਵਾਰੀਆਂ ਨਿਭਾਣੀਆਂ ਨੇ। ਮੈਂ ਜ਼ਿੰਮੇਵਾਰੀਆਂ ਤੋਂ ਭਗੌੜੇ ਹੋਣ ਦੀ ਪ੍ਰੇਰਨਾ, ਉਪਦੇਸ਼ ਨਹੀਂ ਦੇ ਰਿਹਾ, ਪਰ ਕਿਤੇ ਨਾ ਕਿਤੇ ਠੰਡੇ ਦਿਮਾਗ ਨਾਲ ਇਹ ਜ਼ਰੂਰ ਸੋਚਣਾ ਹੈ ਬਈ ਇਹ ਸਿਲਸਿਲਾ ਕੀ ਹੈ ਜਿਹਨੂੰ ਮਹਾਰਾਜ ਮੋਹ ਕਹਿੰਦੇ ਨੇ। ਇਹ ਤੇ ਠੀਕ ਹੈ ਵੀ ਲਾਇਆ ਵੀ ਉਹਨੇ ਹੀ ਹੈ, ਜੇ ਨਾ ਲਾਂਦਾ ਇਹ ਪਲਦੇ ਨਹੀਂ ਸਨ। ਇਸ ਲਈ ਲਿਖਿਆ ਵੀ ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ। ਪਰ ਫਿਰ ਇਹ ਵੀ ਆਖਿਆ, ਹੇ ਅਜਿਤ ਸੂਰ ਸੰਗਰਾਮਨ, ਇਹ ਨਾ ਜਿੱਤੇ ਜਾਣ ਵਾਲੇ ਸੂਰਮੇ, ਅਤ ਬਲਨਾ ਬਹੁ ਮਰਦ ਨੇ, ਤੇਰੇ ਵਿੱਚ ਬਹੁਤ ਤਾਕਤ ਹੈ, ਤੂੰ ਬੜਾ ਸ਼ਕਤੀਸ਼ਾਲੀ ਹੈ। ਗਣ ਗੰਧਰਵ ਦੇਵ ਮਾਨੁਖਯੰ ਪਸ਼ ਪੰਖੀ ਭੀਮੋਨ। ਹੁਣ ਗਿਣੋ ਕਿੰਨੇ ਨੇ, ਕਹਿੰਦੇ ਗਣ ਗੰਧਰਵ, ਰਾਗੀ ਦੇਵਤਿਆਂ ਨੂੰ ਜਿਹੜੇ ਕੀਰਤਨ ਸੁਣਾਉਂਦੇ ਮੰਨੇ ਗਏ ਨੇ, ਇੱਕ ਵਿਸ਼ਵਾਸ ਹੈ। ਗਣ ਗੰਧਰਵ, ਵੱਡੇ ਵੱਡੇ ਦੇਵਤੇ, ਦੇਵ ਮਾਨੁਖਯੰ ਪਸ਼ ਪੰਖੀ, ਪਸ਼ੂ ਵੀ ਤੇ ਪੰਛੀ ਵੀ ਮੋਹਨ ਹੈ। ਤੂੰ ਤੇ ਪਸ਼ੂਆਂ ਨੂੰ ਤੇ ਪੰਛੀਆਂ ਨੂੰ ਵੀ ਮੋਹ ਲੈਂਦਾ। ਇਹ ਮੋਹ ਤੂੰ ਪਸ਼ੂ ਪੰਛੀਆਂ ਤੇ ਵੀ ਆਪਣਾ ਗਲਬਾ ਪਾ ਲੈਂਦਾ। ਹੁਣ ਕਿੰਨਾ ਜ਼ਬਰਦਸਤ ਹੈ ਸਾਧ ਸੰਗਤ ਮੋਹ ਦਾ ਜਜ਼ਬਾ। ਮੋਹ ਇੱਕ ਬੀਜ ਹੈ, ਉਹ ਘੜੇ 'ਚ ਪਿਆ ਹੈ ਤੇ ਬੀਜ ਹੀ ਰਹਿੰਦਾ ਹੈ। ਉਹਨੂੰ ਬੀਜ ਦਈਏ ਤੇ ਉਹਦੇ 'ਚੋਂ ਬੂਟਾ ਨਿਕਲਦਾ ਹੈ। ਆਪਣੇ ਬੱਚਿਆਂ ਤੱਕ ਹੀ ਸੀਮਤ ਰਹੀਏ ਤੇ ਉਹ ਮੋਹ ਹੈ, ਔਰ ਸਾਰੇ ਸੰਸਾਰ ਦੀ ਸੇਵਾ 'ਚ ਲੱਗ ਜਾਈਏ, ਉਹ ਪਿਆਰ ਵਿੱਚ ਰੂਪਾਂਤਰਿਤ ਹੋ ਜਾਂਦਾ। ਉਹਦੀ ਛਾਵੇਂ ਸਾਰਾ ਸੰਸਾਰ ਬੈਠ ਸਕਦਾ। ਮੋਹ ਨੂੰ ਮਿੱਟੀ ਵਿੱਚ ਮਿਲਾਣਾ ਹੈ, ਤਾਂ ਹੀ ਪ੍ਰੇਮ ਦਾ ਬੂਟਾ ਪੈਦਾ ਹੋਵੇਗਾ। ਮੋਹ ਨੂੰ ਸਾਂਭ ਕੇ ਰੱਖਾਂਗੇ ਤੇ ਫਿਰ ਪ੍ਰੇਮ ਦਾ ਬੂਟਾ ਨਹੀਂ ਪੈਦਾ ਹੋਵੇਗਾ। ਇਸ ਲਈ ਮੋਹ ਨੂੰ ਮਿੱਟੀ ਵਿੱਚ ਮਿਲਾਣਾ ਹੈ, ਮੋਹ ਨੂੰ ਖਤਮ ਕਰਨਾ ਹੈ, ਮੋਹ ਨੂੰ ਬੀਜ ਦੇਣਾ। ਤਾਂ ਮੈਂ ਅਰਜ਼ ਕਰ ਰਿਹਾ ਸਾਂ, ਇੱਕ ਪਾਸੇ ਮੋਹ ਹੈ, ਇੱਕ ਪਾਸੇ ਸੁਰਤ ਹੈ। ਹੁਣ ਇਹ ਜਿਹੜਾ ਮੋਹ ਹੈ, ਸਰੀਰ ਦਾ ਮੋਹ, ਇਸ ਸਰੀਰ ਦੇ ਮੋਹ ਨੂੰ ਭਗਤ ਰਵਿਦਾਸ ਜੀ ਇੱਕ ਥਾਂ ਤੇ ਨਾ ਚਮੜੇ ਦੀ ਜੁੱਤੀ ਕਹਿੰਦੇ। ਕਹਿੰਦੇ ਲੋਕ ਨਾ ਹੋਰ ਤੇ ਕੋਈ ਪੇਸ਼ ਨਹੀਂ ਜਾਂਦੀ। ਹੁਣ ਮੈਂ ਆਪਣਾ ਨਾਮ
ਨਾਮ ਜਪਣ ਕਰਕੇ ਸਤਿਕਾਰ ਹੁੰਦਾ, ਰਿਸਪੈਕਟ ਮਿਲਦੀ ਹੈ। ਇੱਕ ਥਾਂ ਤੇ ਉਹਨਾਂ ਇਹ ਵੀ ਲਿਖਿਆ ਮੇਰੀ ਗਰੀਬੀ ਵੀ ਕੱਟੀ ਗਈ ਹੈ। ਦਾਰਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ, ਅਸ਼ਟ ਦਸ਼ਾ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ। ਹੁਣ 18 ਸਿੱਧੀਆਂ ਮੇਰੇ ਹੱਥ ਦੇ ਵਿੱਚ ਨੇ। ਪਹਿਲਾਂ ਬੜੀ ਗਰੀਬੀ ਸੀ, ਇਹ ਜ਼ਿਕਰ ਹੈ ਗੁਰਬਾਣੀ ਵਿੱਚ ਉਹਨਾਂ ਦਾ। ਹੁਣ ਲੋਕੀ ਫਿਰ ਜੈਲਸ ਤੇ ਕਰਦੇ ਨੇ, ਫਿਰ ਉਹਨਾਂ ਨੂੰ ਹੋਰ ਤੇ ਕੋਈ ਗੱਲ ਲੱਭਦੀ ਨਹੀਂ ਸੀ। ਉਹਨੂੰ ਚਮਾਰ ਚਮਾਰ ਕਹਿ ਕੇ ਖਜ਼ਾਨਾ, ਚਮਾਰ ਚਮਾਰ ਕਹਿ ਕੇ ਖਜ਼ਾਨਾ। ਤਾਂ ਫਿਰ ਇੱਕ ਦਿਨ ਉਹ ਕਹਿਣ ਲੱਗੇ ਵੀ ਅਸਲ ਵਿੱਚ ਚਮਾਰ ਉਹਨੂੰ ਕਹਿੰਦੇ ਜਿਹੜਾ ਚਮੜੇ ਦਾ ਕੰਮ ਕਰਦਾ, ਜਿਹੜਾ ਚਮੜੇ ਦੇ ਕੰਮ ਕਰੇ, ਚਮੜੇ ਦੀਆਂ ਜੁੱਤੀਆਂ ਬਣਾਏ, ਚਮੜੇ ਦੀਆਂ ਜੁੱਤੀਆਂ ਦੀ ਮੁਰੰਮਤ ਕਰੇ, ਤੁਸੀਂ ਉਹਨੂੰ ਚਮਾਰ ਕਹਿੰਦੇ ਹੋ। ਪਰ ਮੈਨੂੰ ਲੱਗਦਾ ਹੈ ਵੀ ਬਹੁਤ ਘੱਟ ਲੋਕਾਂ ਨੂੰ ਛੱਡ ਕੇ ਸਾਰੀ ਦੁਨੀਆ ਹੀ ਚਮਾਰ ਹੈ। ਉਹ ਕਹਿਣ ਲੱਗੇ ਜੀ ਉਹ ਕਿਵੇਂ? ਆਖਣ ਲੱਗੇ ਤੁਹਾਡਾ ਸਰੀਰ ਕਾਹਦਾ? ਆਖਣ ਲੱਗੇ ਚਮੜੇ ਦਾ। ਕਹਿਣ ਲੱਗੇ ਮੈਂ ਤੇ ਇਹੀ ਦੇਖਣਾ ਵੀ ਸਾਰਾ ਸੰਸਾਰ ਆਪਣੇ ਸਰੀਰ ਦੀ ਗੰਢ ਧੁੱਪ 'ਚ ਹੀ ਲੱਗਾ ਹੋਇਆ। ਪਹਿਲਾਂ ਪੈਸਾ ਕਮਾਣਾ ਹੈ, ਫਿਰ ਉਹ ਪੈਸੇ ਨਾਲ ਬਾਜ਼ਾਰ ਜਾ ਕੇ ਗਰੋਸਰੀ ਖਰੀਦਣੀ ਹੈ, ਸਲਾਦ ਖਰੀਦਣਾ ਹੈ, ਫਰੂਟ ਖਰੀਦਣਾ ਹੈ, ਹਰੀਆਂ ਸਬਜ਼ੀਆਂ ਖਰੀਦੀਆਂ ਨੇ, ਵਿਟਾਮਿਨ ਖਰੀਦਣੇ ਨੇ, ਮਿਨਰਲ ਖਰੀਦਣੇ ਨੇ। ਜ਼ੋਰ ਸਾਰਾ ਕਾਹਦੇ ਤੇ ਲੱਗਾ ਹੈ? ਹਾਏ ਮੈਂ ਮਰ ਨਾ ਜਾ, ਮੇਰਾ ਸਰੀਰ ਮੇਰੀ ਜੁੱਤੀ ਟੁੱਟ ਨਾ ਜਾਏ। ਤੇ ਫਿਰ ਕਹਿਣ ਲੱਗੇ ਚਮਾਰ ਮੈਂ ਆ ਕਿ ਤੁਸੀਂ ਹੋ? ਤੁਸੀਂ ਵੱਡੇ ਚਮਾਰ ਹੋ ਮੇਰੇ ਨਾਲ, ਭਗਤ ਰਵਿਦਾਸ ਜੀ ਕਹਿੰਦੇ। ਮੈਂ ਤੇ ਕਦੀ ਸਰੀਰ ਰੂਪੀ ਜੁੱਤੀ ਗੰਢੀ ਕੋਈ ਨਹੀਂ ਗੀ। ਚਮਰਟਾ ਗਾਂਠ ਨਾ ਜਨੇ, ਮੈਂ ਨਿਮਾਣਾ ਜਿਹਾ ਚਮਾਰ, ਮੈਂ ਕਦੀ ਸਰੀਰ ਰੂਪੀ ਜੁੱਤੀ ਦੇ ਗਾਂਢੇ ਸਾਂਢੇ ਦੇ ਚੱਕਰ 'ਚ ਪਿਆ, ਮੈਂ ਕਦੀ ਬਹੁਤੀ ਟੈਨਸ਼ਨ ਕੀਤੀ ਨਹੀਂ ਬਈ ਇਹ ਮੈਥੋਂ ਖੁੱਸ ਨਾ ਜਾ। ਮੈਂ ਕਹਿੰਦਾ ਖੁੱਸਣ ਤੋਂ ਪਹਿਲਾਂ ਜਿੰਨਾ ਜਪਿਆ ਜਾਂਦਾ ਜਪ ਲਾ। ਚਮਰਟਾ ਗਾਂਠ ਨਾ ਜਨਈ ਲੋਕ ਗਠਾਵੇਂ ਪਨਹੀ, ਪਰ ਲੋਕ ਵੈਦਾਂ ਕੋਲ ਜਾ ਕੇ, ਡਾਕਟਰਾਂ ਕੋਲ ਜਾ ਕੇ, ਸਿਹਤ ਸੰਬੰਧੀ ਸਲਾਹਾਂ ਦੇਣ ਵਾਲਿਆਂ ਕੋਲ ਜਾ ਕੇ ਇਸ ਜੁੱਤੀ ਨੂੰ ਗੰਢਾਉਂਦੇ ਨੇ। ਮੇਰੇ ਕੋਲ ਆਰ ਨਹੀਂ ਜੇ ਤੋਪੋ। ਤੁਸੀਂ ਕਦੀ ਮੋਚੀਆਂ ਕੋਲ ਆਰ ਵੇਖੀ ਹੈ? ਆ ਜਿਹੜੇ ਚੌਂਕਾਂ 'ਚ ਬੈਠੇ, ਇੱਕ ਲੋਹੇ ਦੀ ਇੱਕ ਸੀਖ ਜੀ ਹੁੰਦੀ, ਉਹਨੂੰ ਖੋਬਦੇ, ਉਹਦੇ ਬਿਲਕੁਲ ਬਾਰਡਰ ਤੇ ਅੱਗੇ ਇੱਕ ਕੱਟ ਲੱਗਾ ਹੁੰਦਾ, ਉਹਨੂੰ ਪਾਰ ਕਰਕੇ ਨਾ ਚਮੜੇ ਦੇ, ਫਿਰ ਉਹ ਕੱਟ ਦੇ ਵਿੱਚ ਧਾਗਾ ਫਸਾ ਕੇ ਅੰਦਰ ਖਿੱਚਦਾ। ਜੁੱਤੀ ਗੰਢਣ ਦੇ ਉਹ ਕੰਮ ਔਜ਼ਾਰ ਹੈ, ਉਹਦਾ ਉਪਕਰਨ ਹੈ। ਮੇਰੇ ਕੋਲ ਸਰੀਰ ਰੂਪੀ ਜੁੱਤੀ ਨੂੰ ਗੰਢਣ ਵਾਸਤੇ ਆਰ ਕੋਨੀ ਗੀ, ਨਾ ਧਾਗਾ ਹੈ, ਤੋਪਾ ਵੀ ਕੋਨੀ ਗਾ, ਨਾ ਮੇਰੇ ਕੋਲ ਰੱਬੀ ਹੈ। ਇੱਕ ਰੱਬੀ ਹੁੰਦੀ ਜਿੱਥੋਂ ਚਮੜਾ ਪਤਲਾ ਕਰਨਾ ਨੂੰ ਛਿੱਲ ਕੇ ਪਤਲਾ ਕਰ ਲੈਂਦੇ ਨੇ। ਆਰ ਨਹੀਂ ਜੇ ਤੋਪੋ, ਨਹੀਂ ਰਾਂਡੀ ਥਾਓ ਰੋਪੋ, ਮੇਰੇ ਕੋਲ ਰੱਬੀ ਵੀ ਕੋਨੀ ਗੀ। ਲੋਕ ਗੰਠ ਗੰਠ ਖਰਾ ਬਗੂਚਾ, ਲੋਕੀ ਸਰੀਰ ਰੂਪੀ ਜੁੱਤੀ ਨੂੰ ਗੰਢਣ ਲਈ ਬੜੇ ਖੱਜਲ ਹੋ ਰਹੇ ਨੇ। ਬੜੀ ਦੂਰ ਜਾ ਕੇ, 7 ਸਮੁੰਦਰ ਪਾਰ ਜਾ ਕੇ ਕਿਰਤ ਕਰਦੇ ਪਏ ਨੇ। ਕਾਹਦੇ ਲਈ? ਪੈਸਾ ਕਮਾਣਾ। ਤੇ ਪੈਸਾ ਕਾਹਦੇ ਲਈ ਕਮਾਣਾ? ਮੈਂ ਹੁਣੇ ਦੱਸ ਕੇ ਹਟਿਆ। ਗੰਠ ਗੰਠ ਖਰਾ ਬਗੂਚਾ, ਪਤਨੀ ਕਿਤੇ ਬੈਠੀ ਹੈ, ਪਤੀ ਕਿਤੇ ਬੈਠਾ ਹੈ, ਬੱਚੇ ਕਿਤੇ ਬੈਠੇ ਨੇ, ਹਾਏ ਪੈਸਾ। ਬਈ ਕੁੱਲੀ ਗੁੱਲੀ ਜੁੱਲੀ ਦਾ ਗੁਜ਼ਾਰਾ ਕਰਨਾ, ਬੜਾ ਲੰਬਾ ਵਸੇਬਾ, ਇੱਥੋਂ ਤੇ ਜਾਣਾ ਹੀ ਕੋਨੀਗਾ, ਬੈਠੇ ਹੀ ਰਹਿਣਾ ਕਈ ਯੁੱਗ ਵਾਸਤੇ। ਗੰਠ ਗੰਠ ਖਰਾ ਬਗੂਚਾ, ਸਰੀਰ ਰੂਪੀ ਜੁੱਤੀਆਂ ਨੂੰ ਗੰਢ ਕੇ ਖੱਜਲ ਹੋ ਰਹੇ ਨੇ। ਆਓ ਬਿਨ ਗਾਂਠੇ ਜਾਏ ਪਹੁੰਚਾ, ਮੈਂ ਤੇ ਗੰਢੀ ਹੀ ਕੋਈ ਨਹੀਂ। ਮੈਂ ਕਦੀ ਸਰੀਰ ਦੀ ਮਾਮੂਲੀ ਲੋੜਾਂ ਨੂੰ ਛੱਡ ਕੇ ਕਦੀ ਬਹੁਤਾ ਆਰ ਪਾਰ ਨਹੀਂ। ਔਰ ਮੈਂ ਕਰਜ਼ ਕਰਾਂ, ਅੱਜ ਦਾ ਜਿਹੜਾ ਯੁੱਗ ਹੈ ਨਾ, ਕੌਮ ਦੇ ਵਾਰਸੋ, ਕੋਈ ਘੱਟ ਖਾਣ ਨਾਲ ਬਿਮਾਰ ਨਹੀਂ ਹੁੰਦਾ, ਭੁੱਖਾ ਰਹਿਣ ਨਾਲ ਕੋਈ ਨਹੀਂ ਮਰਦਾ। तमाम ਸਮੱਸਿਆਵਾਂ ਜ਼ਿਆਦਾ ਖਾਣ ਨਾਲ ਨੇ ਔਰ ਗਲਤ ਖਾਣ। ਮੈਂ ਤੇ ਕਹਿੰਦਾ ਸਰੀਰ ਚੌਰ ਹੋਵੇ, ਡਾਕਟਰ ਕੋਲ ਜਾਣ ਦੀ ਬਜਾਏ 2 ਦਿਨ ਖਾਣਾ ਪੀਣਾ ਛੱਡ ਦਿਓ, ਸਭ ਕੁਝ ਠੀਕ ਹੋ ਜਾਏਗਾ। ਬੇਲੋੜਾ ਖਾ ਕੇ ਅਸੀਂ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਬਾੜੀ ਜੀਓ। ਇਹ ਅੰਦਰੋਂ ਵਿਸੂ ਕੀ ਬਾੜੀ ਬਣ ਜਾਂਦਾ, ਜ਼ਹਿਰ ਦਾ ਟੌਕਸਿਨ ਜਿਹੜੇ ਨੇ ਉਹ ਵੱਧ ਜਾਂਦੇ ਨੇ ਅੰਦਰ, ਉਹ ਡਿਸਚਾਰਜ ਨਹੀਂ ਹੁੰਦੇ। ਔਰ ਇਹਨੂੰ ਖਾਲੀ ਛੱਡ ਦਿਓ ਔਰ ਉਹ ਆਪਣੀ ਲੋੜ ਪੂਰੀ ਕਰਨ ਵਾਸਤੇ ਉਹ ਗੰਦਮੰਦ ਨੂੰ ਵੀ ਖੁਰਾਕ ਬਣਾ ਕੇ ਫਿਨਿਸ਼ ਕਰ ਦਿੰਦਾ। ਇਸ ਲਈ ਇਹ ਜ਼ਿਆਦਾ ਖਾ ਕੇ ਕੋਈ ਨਹੀਂ ਜਿਉਂਦਾ, ਘੱਟ ਖਾ ਕੇ ਸਗੋਂ ਲੋਕੀ ਜ਼ਿਆਦਾ ਜਿਉਂਦੇ। ਇਹ ਵੀ ਬਸ ਕਰਦੇ। ਆਰ ਨਹੀਂ ਜੇ ਤੋਪੋ, ਨਹੀਂ ਰਾਮੀ ਠਾਉ ਰੋਪੋ, ਲੋਕ ਗੰਠ ਗੰਠ ਸਰੀਰ ਰੂਪੀ ਜੁੱਤੀ ਨੂੰ ਗੰਢ ਤੋਪੇ ਲਾ ਕੇ ਖਰਾ ਬਗੂਚਾ ਖੱਜਲ ਹੋ ਰਹੇ ਨੇ, ਖੱਪ ਰਹੇ ਨੇ। ਹਉ ਬਿਨ ਗਾਠੇ ਜਾਏ ਪਹੁੰਚਾ। ਰਵਿਦਾਸ ਜਪੈ ਰਾਮ ਨਾਮਾ, ਮੋਹ ਜਮ ਸਿਉ ਨਾਹੀ ਕਾਮਾ। ਮੈਂ ਸਰੀਰ ਦੇ ਮੋਹ ਚ ਨਹੀਂ ਪੈਂਦਾ, ਮੈਂ ਤੇ ਜਪਨਾ ਵਾਂ,
और हुण मैनू भरोसा हो गया भी मेरा जमा नाल कोई सरोकार नहीं रहेगी। एक पासे मोह है, एक पासे सुरत है, लिव है। जदों लिव लग गई तो मोह टुट जाएगा। ते जे प्यारिओ मोह बनिया रवे, पकड़ बनी रवे, फिर लिव नहीं लगती। हुण मोह किवें टुटे? भी भज जाइए जंगलों च, पहाड़ां च? नहीं, ਇਹਦੇ ਵਿੱਚ ਕੋਈ ਕੁਛ ਨਹੀਂ ਕਰ ਸਕਦਾ। ਜਿੰਨਾ ਕਿ ਮੇਰਾ ਅਨੁਭਵ ਹੈ, ਕੋਈ ਕੁਛ ਨਹੀਂ ਕਰ ਸਕਦਾ। ਗੁਰਬਾਣੀ ਤੁਹਾਡਾ ਮਾਰਗਦਰਸ਼ਨ ਕਰੇਗੀ, ਕਰਨਾ ਆਪ ਪਏਗਾ। ਅੰਦਰੋਂ ਆਪਣੇ ਆਪ ਨੂੰ ਨਿਰਵਿਚਾਰ ਕਰਨਾ ਹੈ, ਬੈਠਣਾ ਹੈ, ਸੋਚਣਾ ਹੈ। ਬੇਟੀ ਵਾਸਤੇ ਸੋਚਣਾ ਹੈ, ਬੇਟੇ ਵਾਸਤੇ ਸੋਚਣਾ ਹੈ, ਇੱਕ ਸੰਤੁਲਨ ਬਣਾਉਣਾ ਹੈ। ਅੱਤ ਕਿਸੇ ਚੀਜ਼ ਦੀ ਚੰਗੀ ਨਹੀਂ ਹੁੰਦੀ। ਤੁਸੀਂ ਬੱਚਿਆਂ ਵੱਲੋਂ ਅੱਤ ਦੀ ਬੇਰੁਖੀ ਕਰ ਲਓ, ਗਲਤ ਹੋ ਜਾਏਗਾ ਸਭ। ਤੁਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਮੋਹ ਕਰੋ, ਮਾਫ ਕਰਨਾ, गलत हो जाए। संतुलन किवें बनाना, बैलेंस किवें बनाना? इंजॉय करो। बेटी नूं वेख के, मैं रोज कहना वा, बेटे नूं वेख के इंजॉय करो, कोठी वेख के खुश हो, मोटर कार वेख के, कारोबार। पर एक अंदरों लगातार प्रिपरेशन, भाई एक दिन एक झटके नाल सब कुछ छट जाना, उधर तकलीफ नहीं होगी। अदरवाइज उधर बड़ी तकलीफ होगी। हथ मरोड़ा है, कंन कप है। आहिस्ता आहिस्ता हुण तुहानूं डॉक्टर कहे भी भाई इंजैक्शन लाना पैना, तुसीं थोड़े जिहे लेट जाओ, तो फिर उहदे लई असीं मैंटली ते फिजिकली प्रिपेयर हो जाते हैं ना। तो तुसीं बैठे हो तो कड़प करके आके मारे तो किदां दा लगेगा? वो ज़्यादा तकलीफ होगी ना। तो थोड़ा 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 आहिस्ता आहिस्ता, सहजे सहजे, हौली हौली अपने आप नूं प्रिपेयर करिए। इंज मोह तो खैड़ा छड़ीए भाई, इन्हां नाल वक्ती तौर पर मेरा संबंध है, होर कुछ भी नहीं। और फिर लिव लगती है। लिव ना लगे तो कुछ भी नहीं। एक जोत एका मिली, किंबा होए महोए। एक जोत एका मिली। जोत दो दीवे इस तरह ना जगा के सरकांदे जाओ, सरकांदे जाओ, सरकांदे जाओ। दोवां दी लाट इकट्ठी कर दिओ, दो लाटा एक कर दिओ। हुण पुछो इन्हां चों इस एक नंबर दीवे दी किहड़ी है? दो क्यों कहेगा जी? हुण की पता लगता है, वो तो हलूल हो गए ने। हुण अगली गल, किंबा होए महोए। इस शब्द का ना अस्थाई बनाते सिंह, लोग जाने गीत है ये तो ब्रह्म विचार। अगे जाके आउंदा है, लोग जाने ये गीत है ये तो ब्रह्म विचार। ते मेरे विद्यादाते कहंदे हुंदे सन भी कोई ये शब्द गा के आवे, लोग जाने गीत है तो ब्रह्म विचार, ते बाहर निकल के पूछे भाई साहब जिहड़ा तुसीं शब्द पढ़िया है ਉਹਦੇ ਜਿਹੜਾ किंबा होए महोए ਉਹਦੇ ਕੀ अर्थ ने? ਤੇ किंबा होए महोए ਦਾ पता ही ना होवे, ना गाउण वाले ਨੂੰ, ना सुनन वालिਆਂ ਨੂੰ। ਤੇ फिर ਕਹਿੰਦੇ ਹੁੰਦੇ ਹਨ ਫਿਰ ਤੇਰੇ ਵਾਸਤੇ ਤੇ ਗੀਤ ਹੀ ਹੈ, ब्रह्म विचार कित्थों बन गई? तेरे लिए तो गीत ही है ना, तेनों तो पता ही नहीं भी ਉਹਦੇ ਵਿੱਚ क्या की है। किंबा होए महोए सौखे जे अर्थे दे करा ਜਿਹੜੇ समझ आ जाण। किंबा होए किवें होए, महोए नहीं हो सकता, फिर वो जुदा नहीं हो सकता। किवें हो सकता है? नहीं हो सकता। ਉਂਝ ਇਹਦੇ अर्थ होर तरह कीते ने, पहला होर फिर होर समझाने लई, फिर मैं तुहानूं सिरे ते लै आया सौखे अर्थ समझण लई। जित कट नाम ना उपजै, फूट मरै जन सोए। जिस हिरदे च नाम नहीं पैदा हुंदा वो आत्मक मौत ते मरदा है। एक जोत एका मिली, किंबा होए महोए। जित कट नाम ना उपजै, फूट मरै जन सोए। सावल सुंदर रामैया, मेरा मन लागा तोए। जिवें मैं कहना ना गुरबाणी च गरीब नवाज बड़ा आया, अमीर नवाज नहीं आया। एक होर गल करा बेनती, ਉਹਨੂੰ गलत अर्थां च ना लै लिया। जदों भी रंग की गल आई है ना, रब के रंग की गल आई है, सांवले रूप च ही लिखिया, गोरे च किते भी नहीं लिखिया। ये भी मैरिज कर दिया। अमीर नवाज किते नहीं, गरीब नवाज है। ते जदों रब के स्वरूप की गल आवे ते सावल सुंदर की गल आवे, एक थां ते नहीं दर्जना थां। सावल सांवला किनू कहते तुहानूं पता ही है। सावल सुंदर रामैया, मेरा मन लागा तोए। साध मिले, आ पंक्तियां ध्यान दिया। साध मिले, पूरा गुरु मिले, सिद्ध पाइए, वो कामयाब कर देता, सफलता मिलती है। कि ये जोग के भोग, ਉਹਦੇ सामने जोगियां का जोग की है ते भोगियां का भोग की है। वो फिर की कहते हैं? वो तो कहते हैं ईड़ा पिंगला सुखमन बंदे, ये अवगण कत जाए, ये मेरे अवगण मगरों लै गए। साध मिले, सिद्ध पाइए, साधु मिले पूरा, गुरु मिले पूरा,
ਤੇ ਉਹ ਤੁਹਾਡੀ ਉਂਗਲ ਫੜ ਕੇ ਤੋਰੇ, ਤੁਹਾਨੂੰ ਕਾਮਯਾਬੀ ਮਿਲੇਗੀ। ਇਹ ਜੋਗ ਕੇ ਭੋਗ, ਉਹਦੇ ਸਾਹਮਣੇ ਜਿਹੜੀ ਕਾਮਯਾਬੀ ਗੁਰੂ ਨੇ ਪ੍ਰਾਪਤ ਕਰਾਣੀ ਹੈ, ਜੋਗੀਆਂ ਦਾ ਜੋਗ ਤੁੱਛ ਤੇ ਭੋਗੀਆਂ ਦਾ ਭੋਗ ਬਾਉਣਾ ਹੋ ਜਾਂਦਾ। ਨਾ ਭੋਗ ਚੋਂ ਸਵਾਦ ਆਉਂਦਾ ਫਿਰ, ਨਾ ਜੋਗ ਵਿੱਚੋਂ ਸਵਾਦ ਆਉਂਦਾ, ਜਦੋਂ ਉਹ ਸੁਰਤ ਜੋੜਨ ਵਿੱਚ ਜੋ ਸਵਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਦੂ ਮਿਲ ਕਾਰਜ ਉਪਜੈ, ਦੋ ਇਕੱਠੇ ਹੋਣ ਤੇ ਕਾਰਜ ਪੈਦਾ ਹੁੰਦਾ, ਕੰਮ ਬਣਦਾ ਨਹੀਂ ਤੇ ਕੰਮ ਨਹੀਂ ਬਣਦਾ। ਕੌਣ ਦੋ ਇਕੱਠੇ ਹੋਣ ਜੀ? ਹੁਣ ਵੇਖੋ ਨਾ, ਇਹ ਗੁਰਬਾਣੀ ਕਿਤੇ ਕਿਤੇ ਤੇ ਇਸ ਤਰ੍ਹਾਂ ਵੀ ਸ਼ਬਦ ਪੜਿਆ ਤੇ ਸਾਰਾ ਖਾਨੇ 'ਚ ਪੈ ਗਿਆ, ਕਿਤੇ ਕਿਤੇ ਉਹਨੂੰ ਖੋਲਣਾ ਪੈਂਦਾ। ਤੁਸੀਂ ਜਾ ਰਹੇ ਹੋ, ਭੁੱਖ ਲੱਗੀ ਹੈ, ਕਿਤੇ ਆਊਟ ਆਫ ਸਟੇਸ਼ਨ ਗਏ ਹੋ, ਜਾਂਦਿਆਂ ਜਾਂਦਿਆਂ ਰੇਹੜੀ ਤੋਂ ਤੁਸੀਂ ਸੇਬ ਲਿਆ, ਐਂਕੀ ਨਾਲ ਪੂੰਝਿਆ, ਚੱਕ ਮਾਰ ਕੇ ਖਾਣਾ ਸ਼ੁਰੂ ਕਰ ਦਿੱਤਾ। ਪਰ ਹੁਣ ਤੁਸੀਂ ਅਨਾਰ ਲੈ ਬੈਠੇ ਹੋ ਤੇ ਭਾਈ ਉਹਦੇ ਲਈ ਤੇ ਕਾਫੀ ਆਰ ਪਾਰ ਕਰਨਾ ਪਏਗਾ। ਤੁਸੀਂ ਸੰਗਤਰਾ ਵੀ ਲੈ ਲਿਆ ਤੇ ਉਹਨੂੰ ਖਾਣ ਲਈ ਪਹਿਲਾਂ ਖੋਲਣਾ ਪਏਗਾ। ਕੇਲਾ ਵੀ ਲਿਆ ਤੇ ਉਹਨੂੰ ਖੋਲਣਾ ਪਏਗਾ, ਫਿਰ ਖਾਓਗੇ ਨਾ। ਇਸ ਤਰ੍ਹਾਂ ਕੁਝ ਬਚਨ ਜਿਹੜੇ ਸਿੱਧੇ ਸਮਝ ਆਉਂਦੇ ਨੇ, ਕੁਝ ਬਚਨ ਥੋੜੇ ਜਿਹੇ ਖੋਲਣੇ ਪੈਂਦੇ ਨੇ। ਦੂ ਮਿਲ ਕਾਰਜ ਉਪਜੈ, ਕਿਹੜੇ ਦੋ? ਗੁਰੂ ਦਾ ਸ਼ਬਦ ਤੇ ਚੇਲੇ ਦੀ ਸੁਰਤ। ਗੁਰੂ ਦੇ ਸ਼ਬਦ ਦੀ ਕਥਾ ਚੱਲ ਰਹੀ ਹੈ, ਗੁਰੂ ਦੇ ਸ਼ਬਦ ਦਾ ਕੀਰਤਨ ਚੱਲ ਰਿਹਾ ਹੈ, ਗੁਰੂ ਦੇ ਸ਼ਬਦ ਦਾ ਪਾਠ ਹੋ ਰਿਹਾ, ਕਥਾ ਹੋ ਰਹੀ ਹੈ। ਬੈਠਿਆਂ ਬੈਠਿਆਂ ਸੁਰਤ ਕਿਤੇ ਦੂਰ ਚਲੀ ਜਾਂਦੀ ਹੈ। ਹੁਣ ਉਹ ਸ਼ਬਦ ਕਾਟ ਨਹੀਂ ਕਰੇਗਾ। ਔਰ ਸਿੱਖ ਗੁਰਦੁਆਰੇ ਮੱਥਾ ਟੇਕਣ ਆਇਆ, ਚੌਂਕੜੀ ਮਾਰ ਕੇ ਬੜੀ ਸੁਰਤ ਤਿਆਰ ਕਰਕੇ ਬੈਠਾ ਹੋਇਆ, ਪਰ ਨਾ ਤਾਬਿਆਂ ਤੋਂ ਪਾਠ ਹੋ ਰਿਹਾ, ਨਾ ਸਟੇਜ ਤੋਂ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਦੀਵਾਨ ਦਾ ਸਮਾਂ ਸਮਾਪਤ ਹੈ। ਹੁਣ ਕੱਲੀ ਸੁਰਤ ਵਿੱਚ ਵੀ ਕੋਈ ਕ੍ਰਾਂਤੀ ਨਹੀਂ ਆਉਣ ਵਾਲੀ, ਉੱਥੇ ਵੀ ਕੁਝ ਨਹੀਂ ਹੋ ਸਕਦਾ। ਇਸ ਲਈ ਦੋ ਇਕੱਠੇ ਹੋਣ, ਚੇਲੇ ਦੀ ਸੁਰਤ ਦਾ ਭਾਂਡਾ ਤਿਆਰ ਹੋਵੇ, ਉੱਤੋਂ ਕੀਰਤਨ ਦਾ ਮੀਂਹ ਪੈ ਰਿਹਾ ਹੋਵੇ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਵਰਸ ਰਹੀ ਹੋਵੇ, ਵਿਚਾਰ ਦੀ ਧਾਰਾ ਵਰਸ ਰਹੀ ਹੋਵੇ। ਦੂ ਮਿਲ ਕਾਰਜ ਉਪਜੈ RAM ਨਾਮ ਸੰਜੋਗ, ਫਿਰ ਆਖ ਵੀ ਲੋਕ ਜਾਣੇ ਇਹ ਗੀਤ ਹੈ। ਨਹੀਂ ਭਾਈ, ਇਹਨੂੰ ਗੀਤ ਨਾ ਸਮਝੋ, ਇਹ ਤਾਂ ਬ੍ਰਹਮ ਵਿਚਾਰ। ਜੋ ਕਾਂਸ਼ੀ ਉਪਦੇਸ਼ ਹੋਏ, ਮਾਨਸ ਮਰਤੀ ਬਾਰ। ਕੋਈ ਗਾਵੇ ਗੁਰਬਾਣੀ, ਕੋਈ ਸੋ ਸੁਣੇ, ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਜੇ ਤੁਸੀਂ ਸੁਣਦੇ ਹੋ, ਸੁਰਤ ਨਾਲ ਗਾਉਂਦੇ ਹੋ, ਤੇ ਹੁਣ ਸੰਸਾ ਨਾ ਕਰੋ। ਕਬੀਰ ਸਾਹਿਬ ਕਹਿੰਦੇ ਮੇਰੀ ਜ਼ਮਾਨਤ ਹੈ, ਅੰਤ ਉੱਚੀ ਅਵਸਥਾ ਪ੍ਰਾਪਤ ਹੋਵੇ, ਜ਼ਰੂਰ ਹੋਵੇ। ਜਿਹੜੇ ਬਚਪਨ 'ਚ 1 ਦੂਣੀ 2 ਦੂਣੀ 4 ਪਹਾੜੇ ਪੜੇ ਸਨ, ਕੋਈ ਵਿਸਰ ਗਏ ਨੇ, ਹੁਣ ਵੀ ਯਾਦ ਨੇ। ਤੇ ਜਿਹੜਾ ਹੁਣ ਕਰਦੇ ਹੋ ਪਏ, ਉਹ ਕਿਵੇਂ ਵਿਅਰਥ ਚਲਾ ਜਾਏਗਾ? ਉਹ ਵੀ ਵਿਅਰਥ ਨਹੀਂ ਜਾਏਗਾ। ਇਸ ਲਈ ਸੰਸਾ ਨਾ ਕਰੋ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਜਾ ਕਛ ਆਹਾ ਤਾਹਾ ਕਛ ਨਾਹੀ। ਜਿੱਥੇ ਪਹਿਲਾਂ ਮਮਤਾ ਸੀ, ਪੰਜ ਤੱਤ ਸਰੀਰ ਦਾ ਮੋਹ ਸੀ, 5 ਤੱਤਾਂ ਦੇ ਸਰੀਰ ਦਾ ਮੋਹ ਸੀ, ਉਹ ਮਮਤਾ ਖਤਮ ਹੋ ਗਈ ਹੈ। ਹੁਣ ਮੇਰੀ ਲਿਵ ਲੱਗ ਗਈ। ਈੜਾ ਪਿੰਗਲਾ ਸੁਖਮਨ ਬੰਦੇ, ਇਹ ਪ੍ਰਾਣਾਯਾਮ ਵਗੈਰਾ ਦੇ ਪਖੰਡ ਵੀ ਮੇਰੇ ਮਗਰੋਂ ਲੈ ਗਏ। ਇਹ ਅਵਗਣ ਕਤ ਜਾਹੀ, ਤਾਗਾ ਟੂਟਾ ਗਗਨ ਬਿਨਸ ਗਿਆ। ਮੇਰਾ ਮੋਹ ਦਾ ਧਾਗਾ ਵੀ ਟੁੱਟ ਗਿਆ, ਗਗਨ ਬਿਨਸ ਗਿਆ। ਸਾਰੇ ਸੰਸਾਰ ਦਾ ਮੋਹ ਵੀ ਮੇਰਾ ਖਤਮ ਹੋ ਗਿਆ। ਸਰੀਰ ਦਾ ਤੇ ਹੋਇਆ ਹੀ, ਸੰਸਾਰ ਦਾ ਵੀ ਖਤਮ ਹੋ ਗਿਆ। ਤਾਗਾ ਟੂਟਾ ਗਗਨ ਬਿਨਸ ਗਿਆ, ਤੇਰਾ ਬੋਲਤ ਕਹਾ ਸਮਾਈ। ਵੇਖੋ ਕਿੰਨੀ ਜ਼ਰੂਰੀ ਹੈ ਵਿਚਾਰ। ਵਿਚਾਰ ਤੋਂ ਬਿਨਾਂ ਨਹੀਂ ਖਾਨੇ 'ਚ ਗੱਲ ਪਈ। ਤੇਰਾ ਬੋਲਤ ਕਹਾ ਸਮਾਈ, ਅਰਥ ਸੁਣ ਕੇ ਤੁਸੀਂ ਹੈਰਾਨ ਹੋਵੋਗੇ। ਜਿਹੜਾ ਮਨ ਕਹਿੰਦਾ ਸੀ ਨਾ, ਆ ਤੇਰਾ ਹੈ ਤੇ ਆ ਮੇਰਾ ਹੈ, ਜਿਹੜਾ ਮਨ ਇਹ ਬੋਲ ਬੋਲਦਾ ਸੀ, ਤੇਰਾ ਮੇਰਾ ਦੇ ਬੋਲ ਬੋਲਦਾ ਸੀ। ਤੇਰ ਮੇਰ ਦਾ ਕੀ ਮਤਲਬ ਹੈ? ਵਿਤਕਰਾ। ਹੁਣ ਮੇਰਾ ਵਿਤਕਰਾ ਵੀ ਖਤਮ ਹੋ ਗਿਆ। ਕਹਿੰਦੇ ਨਾ, ਅੰਨਾ ਵੱਡੇ ਸ਼੍ਰੇਣੀਆਂ ਮੋੜ ਮੋੜ ਆਪਣਿਆ। ਉਹ ਕੀ ਹੁੰਦਾ? ਵਿਤਕਰਾ ਹੁੰਦਾ ਨਾ ਪਿਆਰਿਓ। ਬਈ ਕੋਈ ਸਕੀਮ ਆਈ ਹੈ ਸਰਕਾਰ ਵੱਲੋਂ, ਤੇ ਸੰਬੰਧਿਤ ਮੰਤਰੀ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸੱਦੇ ਵੀ ਸ਼ਦਾਈਓ, ਸਕੀਮ ਬੜੀ ਵਧੀਆ ਆਈ ਜੇ, ਲਾਹਾ ਲੈ ਲਓ, ਥੋੜੇ ਜਿਹੇ ਕੇਸ ਨੇ। ਇਹ ਵਿਤਕਰਾ ਹੋ ਗਿਆ ਨਾ। ਜਿੱਦਾਂ ਤੂੰ ਸਹੁੰ ਚੁੱਕੀ ਸੀ, ਉਦੋਂ ਤੇ ਤੂੰ ਕਿਹਾ ਸੀ ਵੀ ਮੈਂ ਬਿਨਾਂ ਕਿਸੇ ਭਿੰਨ ਭੇਦ ਦੇ ਕੰਮ ਕਰਾਂਗਾ। ਤਾਂ ਇਹ ਵਿਤਕਰਾ ਵੀ ਮੇਰਾ ਖਤਮ ਹੋ ਗਿਆ। ਤੇਰਾ ਬੋਲਤ ਕਹਾ ਸਮਾਈ। ਜਿਹੜਾ ਤੇਰਾ ਮੇਰਾ ਬੋਲਦਾ ਸੀ ਮੇਰਾ ਮਨ, ਹੁਣ ਮਨ ਦਾ ਵੀ ਸੁਭਾਅ ਖਤਮ ਹੋ ਗਿਆ। ਅੱਗੇ ਚੱਲੀਏ।
ਇਹ ਸੰਸਾ ਮੋਕੋ ਅਨਦਿਨ ਵਿਆਪੈ, ਮੋਕੋ ਕੋ ਨਾ ਕਹਿ ਸਮਝਾਈ। ਪਰ ਜਿਹੜਾ ਇਹ ਮੇਰੇ ਵਿੱਚ ਤਬਦੀਲੀ ਆਈ, ਜਿਹੜੀ ਮੇਰੀ ਇੱਕ ਅੰਦਰੋਂ ਅਵਸਥਾ ਬਦਲੀ, ਉਹ ਕਿਵੇਂ ਬਦਲ ਗਈ? ਐਡੀ ਵੱਡੀ ਕ੍ਰਾਂਤੀ, ਐਡਾ ਵੱਡਾ ਅੰਦਰ ਆਨੰਦ ਬਣ ਗਿਆ, ਐਡਾ ਵੱਡਾ ਖੇੜਾ ਆ ਗਿਆ। ਮੈਂ ਕਈਆਂ ਨੂੰ ਪੁੱਛਿਆ ਵੀ ਕਿਵੇਂ ਆ ਗਿਆ, ਪੂਰੀ ਤਰ੍ਹਾਂ ਮੈਨੂੰ ਕੋਈ ਨਹੀਂ ਸਮਝਾ ਸਕਿਆ। ਕਬੀਰ ਸਾਹਿਬ ਕਹਿ ਰਹੇ, ਇਹ ਸੰਸਾ ਮੋਕੋ ਅਨਦਿਨ ਵਿਆਪੈ, ਮੋਕੋ ਕੋ ਨਾ ਕਹਿ ਸਮਝਾਈ। ਇਹ ਜਿਹੜੀ ਮੇਰੇ 'ਚ ਤਬਦੀਲੀ ਆਈ, ਮੇਰੇ ਸਰੀਰ ਦਾ ਮੋਹ, ਮੇਰੇ ਸੰਸਾਰ ਦਾ ਮੋਹ, ਮੇਰੇ ਵਿੱਚੋਂ ਵਿਤਕਰਾ ਖਤਮ ਹੋ ਗਿਆ, ਮਨ ਦੀ ਭਟਕਣਾ ਖਤਮ ਹੋ ਗਈ, ਆ ਪ੍ਰਾਣਾਯਾਮ ਦੇ ਪਖੰਡ ਚਲੇ ਗਏ। ਇਹ ਸਭ ਕੁਝ ਜਿਵੇਂ ਕ੍ਰਾਂਤੀ ਘਟੀ, ਮੇਰੇ ਜੀਵਨ ਵਿੱਚ ਬਦਲਾਅ ਆਇਆ। ਮੈਂ ਕਈਆਂ ਨੂੰ ਪੁੱਛਣਾ ਕਿਵੇਂ ਆਇਆ, ਪਰ ਕੋਈ ਐਕਸਪਲੇਨ ਨਹੀਂ ਪੂਰੀ ਤਰ੍ਹਾਂ ਕਰ ਸਕਿਆ, ਕਿਉਂਕਿ ਇਹਨੂੰ ਕੋਈ ਐਕਸਪਲੇਨ ਕਰ ਹੀ ਨਹੀਂ ਸਕਦਾ। ਇਹ ਸੰਸਾ ਮੋਕੋ ਅਨਦਿਨ ਵਿਆਪੈ, ਮੋਕੋ ਕੋ ਨਾ ਕਹਿ ਸਮਝਾਈ। ਜਾਂ ਬਰਬੰਡ ਪਿੰਡ ਤੈ ਨਾਹੀ। ਹੁਣ ਇੱਥੇ ਜਿਹੜਾ ਬਰਬੰਡ ਸ਼ਬਦ ਆਇਆ, ਇਹਦੇ ਅਰਥ ਵੀ ਜਗਤ ਦਾ ਮੋਹ ਹੈ। ਜਿਹੜੀ ਅਵਸਥਾ 'ਚ ਹੁਣ ਮੈਂ ਅਪੜ ਗਿਆ, ਜਿਹੜੀ ਅਵਸਥਾ 'ਚ ਮੈਂ ਪਹੁੰਚ ਗਿਆ, ਉੱਥੇ ਜਗਤ ਦਾ ਮੋਹ ਵੀ ਨਹੀਂ ਰਿਹਾ, ਔਰ ਪਿੰਡ ਮੈਨੇ ਪਿੰਡਾ, ਪਿੰਡਾ ਮੈਨੇ ਸਰੀਰ, ਸਰੀਰ ਦਾ ਮੋਹ ਵੀ ਕੋਈ ਨਹੀਂ ਰਿਹਾ। ਔਰ ਐਸਾ ਹੁੰਦਾ ਬਰਕਤ ਸ਼ਬਦ ਦੀ ਨਾਲ ਇਹ ਹੁੰਦਾ ਹੈ। ਕਿਸ ਤਰ੍ਹਾਂ ਹੁੰਦਾ ਹੈ? ਸਿੰਘ ਸਾਹਿਬ ਯਾਨੀ ਮਨੀ ਸਿੰਘ ਨੂੰ ਫਤਵਾ ਲੱਗਦਾ ਵੀ ਬੰਦ ਕੱਟ ਦੇ। ਲੱਕੜ ਦੀ ਮੁੱਢੀ ਰੱਖ ਕੇ ਨਾ, ਇਹ ਸਾਧ ਸੰਗਤ ਕੋਈ ਨਾਵਲ ਨਹੀਂਗਾ ਅੰਗਰੇਜ਼ੀ ਦਾ, ਨਾ ਹੀ ਕੋਈ ਕਾਲਪਨਿਕ ਕਥਾ। ਇਹ ਤੇ ਕੱਲ ਦੀਆਂ ਗੱਲਾਂ ਨੇ। ਲਾਹੌਰ ਦੇ ਨਖਾਸ ਚੌਂਕ 'ਚ ਲੋਕਾਂ ਨੇ ਕੋਠਿਆਂ ਦੀਆਂ ਛੱਤਾਂ ਤੇ ਚੜ ਕੇ ਇਹ ਸਭ ਕੁਝ ਦੇਖਿਆ। ਭਾਈ ਤਾਰੂ ਸਿੰਘ ਦਾ ਜਦੋਂ ਖੋਪਰ ਲੱਗਾ, ਸ਼ਾਹਬਾਜ਼ ਸਿੰਘ ਸ਼ਬੇਦ ਸਿੰਘ ਨੂੰ ਚਰਖੜੀ ਤੇ ਚਾੜਿਆ, ਭਾਈ ਮਨੀ ਸਿੰਘ ਦਾ ਬੰਦ ਕੱਟਿਆ। ਜਦੋਂ ਚਾਰ ਪਾਉਂਦੇ ਆ ਨਾ ਘਰਾਂ 'ਚ, ਹੁਣ ਤੇ ਚਲੋ ਉੱਥੋਂ ਹੀ ਕਟਾ ਲੈਂਦੇ, ਨਹੀਂ ਤਾਂ ਲੋਕੀ ਘਰ 'ਚ ਲੱਕੜ ਦੀ ਮੁੱਢੀ ਰੱਖ ਕੇ ਨਾ ਉੱਤੋਂ ਤੇਸੇ ਨਾਲ ਇਸ ਤਰ੍ਹਾਂ ਜਾਂ ਕੁਹਾੜੀ ਨਾਲ ਉਹਨੂੰ ਕੱਟਦੇ ਸਨ, ਅੰਬਾਂ ਚਾਰ ਪਾਉਣ ਲਈ। ਇਸ ਤਰ੍ਹਾਂ ਜਲਾਦ ਨੇ ਲੱਕੜ ਦੀ ਮੁੱਢੀ ਰੱਖੀ, ਸਾਧ ਸੰਗਤ ਮੁੱਢੀ, ਤੇ ਭਾਈ ਸਾਹਿਬ ਦੇ ਨਾ ਗੁੱਟ ਦੇ ਉੱਤੇ ਟੋਕਾ ਮਾਰਨ ਲੱਗਾ। ਅੱਜ ਭਾਈ ਸਾਹਿਬ ਕਹਿਣ ਲੱਗੇ ਠਹਿਰ। ਉਹਨੇ ਸੋਚਿਆ, ਡਰ ਗਿਆ ਵੀ ਹੀਨ ਮੰਨਾਂਗਾ ਹੁਣ, ਤੈਨੂੰ ਤੇਰੇ ਹਾਕਮ ਨੇ ਕੀ ਕਿਹਾ? ਉਹਨੇ ਕਿਹਾ ਸੀ ਬੰਦ ਕੱਟੋ। ਉਹ ਕਹਿੰਦਾ ਬੰਦ ਮੇਰੇ ਉਂਗਲੀ ਦੇ ਪਹਿਲਾਂ 3 ਨੇ, ਪਹਿਲਾਂ ਉਂਗਲੀ ਨੂੰ 3 ਥਾਵਾਂ ਤੋਂ ਕੱਟ ਕੇ ਫਿਰ ਗੁੱਟ ਦੀ ਵਾਰੀ, ਫਿਰ ਕੋਹਣੀ ਦੀ, ਫਿਰ ਮੋਢੇ ਦੀ ਆਉਣੀ ਹੈ। ਤੇ ਸ਼ਦਾਈਆ ਤੈਨੂੰ ਭੁੱਲ ਵੀ ਗਿਆ। ਹੁਣ ਸਾਨੂੰ ਤੇ ਅਸੀਂ ਤੇ ਬਲੀਵ ਨਹੀਂ ਕਰਾਂਗੇ ਵੀ ਇਦਾਂ ਹੋ ਹੀ ਨਹੀਂ ਸਕਦਾ, ਪਰ ਇਦਾਂ ਹੋਇਆ। ਫਿਰ ਹੁਣ ਪਹਿਲਾਂ ਉਂਗਲੀ ਦੇ ਸਾਧ-ਸੰਗਤ 3 ਟੁਕੜੇ ਕੀਤੇ, ਫਿਰ ਗੁੱਟ ਵੱਢਿਆ, ਔਰ ਫਿਰ ਅਰਕ ਤੋਂ ਵੱਢਿਆ, ਫਿਰ ਮੋਢੇ ਤੋਂ ਵੱਢਿਆ। ਇਸ ਤਰ੍ਹਾਂ ਹੀ ਪੈਰਾਂ ਵੱਲੋਂ ਸ਼ੁਰੂ ਕੀਤਾ। ਇਹ ਕੀ ਹੈ? ਦੇਹ ਅਧਿਆਸੀ ਹੋ ਜਾਣਾ। ਤੁਸੀਂ ਕਹੋਗੇ ਜੀ ਦੇਹ ਅਧਿਆਸੀ ਬੰਦਾ ਕਿਵੇਂ ਹੋ ਜਾਂਦਾ? ਲਓ ਸੁਣਿਓ ਧਿਆਨ ਨਾਲ। ਸ਼ੇਖ ਫਰੀਦ ਸਾਹਿਬ ਕੋਲ ਕੋਈ ਵਿਅਕਤੀ ਆਇਆ, ਆਖਣ ਲੱਗਾ ਮਹਾਰਾਜ ਮੈਂ ਬੜੀਆਂ ਕਥਾ ਸੁਣੀਆਂ ਨੇ ਵੀ ਸਲੀਬ ਤੇ ਟੰਗ ਦਿੱਤਾ, ਸੂਲੀ ਤੇ ਚਾੜ ਦਿੱਤਾ, ਬੰਦ ਕੱਟ ਦਿੱਤੇ, ਏਦਾਂ ਕਰ ਦਿੱਤਾ, ਉਦਾਂ ਕਰਕੇ। ਏਦਾਂ ਹੋ ਸਕਦਾ? ਏਦਾਂ ਨਹੀਂ ਹੋ ਸਕਦਾ। ਇਹ ਵਧਾ ਚੜਾ ਕੇ ਲਿਖੀਆਂ ਹੋਈਆਂ ਗੱਲਾਂ, ਏਦਾਂ ਹੋ ਹੀ ਨਹੀਂ ਸਕਦਾ। तो फरीद साहब कह लगे हो सकता, कह लगे नहीं हो सकता, बजिद हो गया। हुण साडे च ते महापुरुषां च फर्क ही है। असीं उत्थे बहस का खाड़ा बना लैंदे हां। वो समझते ने बॉडी लैंगुएज नूं देख के भी बंदा हुण समझण दी रौं विच नहीं, पैंतरा बदल के गल करनी पई। वो कहण लगा बेटा इस तरह है, तेनू मैं दसांगा इहदे बारे, पर तू पहलां थोड़ी सेवा कर। आखण लगा जी दसो की सेवा करा? आखण लगे वो सामने नारियल पिया है, वो नारियल मेरे कोल लै के, नारियल लै आंदा। आखण लगे बेटा इहनूं तोड़ो, और एक गल का ध्यान रखना है, जदों इहनूं तोड़ना है ना ते इहदे विच जिहड़ा खोपा है ना वो नहीं टुटना चाहिए, वो मैनूं साबत चाहिए। उस जवान ने उस नारियल नूं चुक के कंन दे कोल करके अंज करके हिलाया, ओहदी बाहरों शक्ल देखी ढंग नाल, कहण लगा महाराज नारियल कच्चा है, और जदों इहनूं मैं चोट करांगा इहदा पानी भी सारा वग जाना है, निकल जाना, लीक हो जाना है, और ये नारियल जिहड़ा छिलके दे नाल सीपा होया है वो सारा इकट्ठा ही टुटेगा, छिलका भी टुटेगा, खोपा भी टुटेगा, जुदा जुदा नहीं। शेख साहब कहने लगे मैनू जुदा जुदा चाहिए ने। कहने लगा ये हो नहीं सकता। मारे कहने लगे रखिया, उत्थे ही एक होर नारियल पिया, वो ले आंदा। इहदे बारे की विचार है? बाहरों छिलका वेख्या, कंन कोल करके वो पुराना किते नारियल पिया सी, पक्का होया सुक्का नारियल। आखण लगा ये हो जाएगा, ਇਹਦਾ मैं तोड़ांगा, खोपा बिल्कुल साबित ਤੁਹਾਨੂੰ ਦਿਆਂਗਾ, छिलका जुदा कर ਦਿਆਂਗਾ। ਇਹ क्यों हो जाएगा ਤੇ ਉਹ क्यों नहीं? आखਣ लगा वो कच्चा सी, ये पक्का है। कहने लगे इंसान भी 2 तरह ਦੇ ਹੁੰਦੇ ਨੇ,
ਇੱਕ ਕੱਚੇ ਹੁੰਦੇ ਨੇ, ਇੱਕ ਪੱਕੇ ਹੁੰਦੇ ਨੇ। ਕੱਚਿਆਂ ਦਾ ਸਰੀਰ, ਬੌਡੀ, ਆਤਮਾ ਨਾਲ ਇੰਝ ਸੀਪੀ ਹੈ ਜਿਵੇਂ ਛਿਲਕਾ ਖੋਪੇ ਨਾਲ ਸੀਪਾ ਹੈ। ਛਿਲਕੇ ਨੂੰ ਚੋਟ ਕਰੋਗੇ ਤੇ ਖੋਪੇ ਨੂੰ ਵੀ ਚੋਟ ਪਹੁੰਚੇਗੀ, ਸਰੀਰ ਨੂੰ ਚੋਟ ਕਰੋਗੇ ਆਤਮਾ ਵੀ ਕਲਪ ਜਾਏਗੀ। ਪਰ ਮੈਡੀਟੇਸ਼ਨ ਦੀ ਬਰਕਤ ਨਾਲ ਮੈਂ ਸਰੀਰ ਨਹੀਂ, ਮੈਂ ਸਰੀਰ ਨਹੀਂ, ਮੈਂ ਸਰੀਰ ਨਹੀਂ, ਮੈਂ ਆਤਮਾ ਹਾਂ, ਮੈਂ ਆਤਮਾ ਹਾਂ, ਮੈਂ ਆਤਮਾ ਹਾਂ, ਮੈਂ ਆਤਮਾ ਹਾਂ, ਮੈਂ ਆਤਮਾ ਹਾਂ। ਇੱਕ ਦਿਨ, 2 ਦਿਨ ਨਹੀਂ, 1 ਮਹੀਨੇ, 2 ਮਹੀਨੇ ਨਹੀਂ, ਲਗਾਤਾਰ ਅਭਿਆਸ ਨਾਲ ਇੱਕ ਦਿਨ ਯਕੀਨ ਹੋ ਜਾਏਗਾ ਵੀ ਮੈਂ ਹੋਰ ਹਾਂ, ਸਰੀਰ ਹੋਰ ਹੈ। ਹੁਣ ਤੁਹਾਡੇ ਕੱਪੜੇ ਕੋਈ ਪੁਰਾਣੇ ਲੈ ਕੇ ਕੈਂਚੀ ਨਾਲ ਅੰਦੇ ਪਾਉਣ ਲੱਗ ਪਏ, ਕਤਰਨ ਲੱਗ ਪਏ, ਕੱਟਣ ਲੱਗ ਪਏ, ਕੋਈ ਦਰਦ ਥੋੜਾ ਹੁੰਦੀ, ਲਹੂ ਥੋੜਾ ਵਗਦਾ। ਕੱਪੜੇ ਹੋਰ ਚੀਜ਼ ਨੇ, ਅਸੀਂ ਹੋਰ ਚੀਜ਼ ਆ। ਇਸੇ ਤਰ੍ਹਾਂ ਫਿਰ ਇੱਕ ਅਭਿਆਸ ਹੁੰਦਾ ਹੈ ਵੀ ਇਹ ਸਰੀਰ ਵੀ ਕੱਪੜਾ ਬਣ ਜਾਂਦਾ ਹੈ। ਫਿਰ ਕਹਿੰਦਾ ਵੀ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾ, ਅਭਿਆਸ ਨਾਲ। ਪਰ ਜਿਹੜੇ ਸਾਰਾ ਦਿਨ ਸਰੀਰ ਦੇ ਹੀ ਆਰ ਪਾਰ ਚ ਲੱਗੇ ਹੋਣ, ਇਹ ਸਾਰਾ ਦਿਨ ਖਾਈ ਜਾਣਾ, ਸਾਰਾ ਦਿਨ ਸਰੀਰ ਨੂੰ ਹੀ ਪੂੰਜੀ ਜਾਣਾ, ਉੱਥੇ ਨਹੀਂ ਬਣੇਗਾ। ਮੈਂ ਸਰੀਰ ਨਹੀਂ ਹਾਂ, ਇਹ ਅੰਦਰੋਂ ਪਹਿਲਾਂ ਆਪ ਮੰਨਣਾ। ਫਿਰ ਕੋਈ ਬੰਦ ਕੱਟਦਾ ਹੈ। 3 ਦਿਨ ਖੋਪਰ ਲਵਾ ਕੇ ਭਾਈ ਤਾਰੂ ਸਿੰਘ ਜਿਉਂਦੇ ਰਹੇ। ਖੋਪਰ ਜੁਦਾ, ਆਪ ਜੁਦਾ, 3 ਦਿਨ ਜਿਉਂਦੇ। ਔਰ ਤੁਸੀਂ ਸ਼ੁਕਰਾਤ ਦਾ ਜੀਵਨ ਪੜ੍ਹੋ। ਪਹਿਲਾਂ ਜਿਉਂਦੇ ਦੀਆਂ ਅੱਖਾਂ ਕੱਢੀਆਂ, ਹੱਥ ਵੱਡੇ, ਪੈਰ ਵੱਡੇ, ਔਰ ਫਿਰ ਤੀਜੇ ਦਿਨ ਜਾ ਕੇ ਉਹਨਾਂ ਆਖਿਆ ਵੀ ਅੱਜ ਸਿਰ ਕਲਮ ਕਰ ਦਿਓ। ਮਨਸੂਰ ਦਾ ਜੀਵਨ ਪੜ੍ਹੋ, ਗੁਰੂ ਅਰਜਨ ਸਾਹਿਬ ਦਾ ਜੀਵਨ ਪੜ੍ਹੋ, ਤਤੀ ਤਵੀ ਤੇ ਬੈਠੇ ਹੋਏ ਨੇ। 7 ਸਾਲ ਦੇ ਬੱਚੇ ਦਾ ਜੀਵਨ ਪੜ੍ਹੋ, ਨੀਂਹ ਵਿੱਚ ਖੜਾ ਹੋਇਆ, ਇੱਟ ਨੂੰ ਤੋੜਨ ਲੱਗਦਾ ਤੇ ਸੂਬਾ ਕਹਿੰਦਾ ਇੱਟ ਕਿਉਂ ਤੋੜਨਾ, ਗੋਡਾ ਹਟਦਾ, ਕਹਿੰਦਾ ਗੋਡਾ ਛਾਂਗ ਦੇ। ਨਾਵਲ ਥੋੜਾ, 7 ਸਾਲ ਦਾ ਬੱਚਾ ਕਹਿੰਦਾ ਗੋਡਾ ਹੀ ਛਾਂਗ ਦੇ। ਇੱਟ ਕਾਹਦੇ ਲਈ ਤੋੜਨਾ, ਏਡੀ ਮਹਿੰਗੀ ਇੱਟ ਹੈ, ਸਰਕਾਰੀ ਪੈਸਾ। ਇਹ ਦੇਹ ਅਭਿਆਸ, ਇਹ ਗੱਲਾਂ ਨਾਲ ਨਹੀਂ ਹੁੰਦਾ, ਪਰ ਅਧਿਐਨ ਨਾਲ, ਮੈਡੀਟੇਸ਼ਨ ਨਾਲ, ਮਸ਼ੱਕਤ ਨਾਲ ਇਹ ਵੀ ਹੋ ਜਾਂਦਾ ਹੈ। ਕਦੀ ਕਦੀ ਕੋਈ ਟਾਵਾਂ ਓਟਣ ਮੈਂ ਨਾਨਕ ਹੋ, ਨਾਰਾਇਣ ਜੀ। ਹੁਣ ਮੇਰਾ ਸਰੀਰ ਦਾ ਮੋਹ ਵੀ ਮੁੱਕ ਗਿਆ, ਜਗਤ ਦਾ ਮੋਹ ਵੀ ਮੁੱਕ ਗਿਆ, ਰਚਨਹਾਰ ਤੈ ਨਾਹੀ। ਵੇਖੋ, ਜਿਹੜਾ ਅੰਦਰ ਇਹ ਸਾਰਾ ਸਿਲਸਿਲਾ ਤਾਣਾ ਬਾਣਾ ਰਚਦਾ, ਕੌਣ ਰਚਦਾ ਜੀ? ਮਨ ਰਚਦਾ। ਮਨ ਦੀ ਚੰਚਲਤਾ ਵੀ ਖਤਮ ਹੋਵੇ। ਜੋੜਨ ਹਾਰੋ ਸਦਾ ਅਤੀਤਾ, ਇਹ ਕਹੀਏ ਕਿਸ ਮਾਹੀ। ਜੋੜਨ ਹਾਰੋ, ਹੁਣ ਜਿਹੜਾ ਜੋੜਨ ਵਾਲਾ ਅਕਾਲ ਪੁਰਖ ਹੈ, ਜਿਹੜਾ ਅਤੀਤ ਹੈ ਮਾਇਆ ਤੋਂ, ਉਹ ਕਿਹਨੂੰ ਦਸੀਏ? ਹੁਣ ਮੇਰੇ ਅੰਦਰ ਉਹ ਹੀ ਆਣ ਕੇ ਟਿਕ ਗਿਆ। ਜੋੜੀ ਜੁੜੈ ਨਾ ਤੋੜੀ ਟੁੱਟੈ, ਜਬ ਲਗ ਹੋਏ ਬਨਾਸੀ। ਜਦੋਂ ਤੱਕ ਦੇਹ ਅਧਿਆਸ ਬਣਿਆ, ਉਦੋਂ ਤੱਕ ਪ੍ਰਮਾਤਮਾ ਨਾਲ ਜੁੜਦੀ ਨਹੀਂ ਤੇ ਸੰਸਾਰ ਨਾਲੋਂ ਟੁੱਟਦੀ ਨਹੀਂ। ਇਹ ਉਦੋਂ ਹੀ ਟੁੱਟੇਗੀ ਜਦੋਂ ਮੋਹ ਦਾ ਧਾਗਾ ਟੁੱਟੇਗਾ। ਜਦੋਂ ਰਵਾਂਗੇ ਪਰਿਵਾਰ ਵਿੱਚ ਹੀ, ਰਵਾਂਗੇ ਸੰਸਾਰ ਵਿੱਚ ਹੀ, ਪਰ ਸੁਰਤ ਨਿਰੰਕਾਰ ਨਾਲ ਜੁੜੀ ਰਹੇ। ਅੰਦਰੋਂ ਇੱਕ ਤਿਆਰੀ ਜੀ ਬਣੀ ਰਹੇਗੀ ਵੀ ਇਹਨਾਂ ਨਾਲ ਮੇਰਾ ਪੱਕਾ ਵਸੇਬਾ ਨਹੀਂ, ਕਿਸੇ ਦਿਨ ਜਾਂ ਇਹਨਾਂ ਮੈਨੂੰ ਛੱਡ ਜਾਣਾ ਜਾਂ ਮੈਂ ਇਹਨਾਂ ਨੂੰ ਛੱਡ ਜਾਣਾ। ਇਹ ਪ੍ਰੋਪਰਟੀ ਆਨੰਦ ਲੈਣ ਵਾਸਤੇ ਹੈ, ਮੈਂ ਨਾਲ ਨਹੀਂ ਲਿਜਾ ਸਕਦਾ। ਇਹ ਧਨ ਜੋਬਨ ਆਰ ਸੁਤ ਦਾਰਾ ਪੇਖਨ ਕੋ ਜੋ ਦਇਓ। ਇਹ ਧਨ, ਜਵਾਨੀ, ਸੁੱਤ, ਪੁੱਤਰ, ਦਾਰਾ, ਇਸਤਰੀ, ਇਹ ਤੈਨੂੰ ਦਿੱਤੇ ਸਨ, ਤੇਰਾ ਦਿਲ। ਤੁਸੀਂ ਕਿਤੇ ਸ਼ਹਿਰ ਜਾਓ, ਕਿਤੇ ਹੋਟਲ ਲੈ ਲਓ, ਉਹਨਾਂ ਨੇ LED ਲਾਈ ਹੁੰਦੀ ਹੈ ਵੀ ਜਿਹੜਾ ਯਾਤਰੀ ਕਮਰਾ ਬੁੱਕ ਜਿਹਨੇ ਕਰਾਇਆ ਉਹਦਾ ਦਿਲ ਲੱਗਾ ਰਹੇ। ਹੁਣ ਆਉਣ ਲੱਗੇ ਉਹ LED ਕੱਚੇ ਮਾਰ ਕੇ ਥੋੜਾ ਲਿਆ ਸਕਦੇ ਆ, ਉਹ ਤੇ ਉਹਨਾਂ ਦੀ ਹੈ, ਉਹ ਤੇ ਸਾਨੂੰ ਮਨੋਰੰਜਨ ਕਰਨ ਲਈ ਉਹਨਾਂ ਦਿੱਤੀ ਸੀ। ਸੋ ਇਸ ਵਾਸਤੇ ਇਹ ਸਾਰੇ ਦਾ ਸਾਰਾ ਸਿਲਸਿਲਾ ਜਿਹੜਾ ਹੈ, ਜਦੋਂ ਤੱਕ ਇਹ ਪਕੜ ਹੈ, ਉਦੋਂ ਤੱਕ ਉਧਰ ਲਿਵ ਜੁੜਦੀ ਨਹੀਂ ਔਰ ਇਧਰੋਂ ਲਿਵ ਟੁੱਟਦੀ ਨਹੀਂ। ਕਾਕੋ ਠਾਕੁਰ ਕਾਕੋ ਸੇਵਕ ਕੋ ਕਾਹੂ ਕੋ ਜਾਸੀ। ਕੌਣ ਕਿਹਦਾ ਮਾਲਕ ਹੈ ਤੇ ਕੌਣ ਕਿਸੇ ਦਾ ਸੇਵਕ ਹੈ, ਕੌਣ ਕਿਤੇ ਜਾਂਦਾ ਹੈ, ਇਹ ਗੱਲ ਸਮਝ ਆ ਜਾਂਦੀ। ਕਹੋ ਕਬੀਰ ਲਿਵ ਲਾਗ ਰਹੀ ਹੈ। ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਹੁਣ ਮੇਰੀ ਲਿਵ ਪਰਮਾਤਮਾ ਵਿੱਚ ਹੀ ਲੱਗੀ ਰਹਿੰਦੀ ਹੈ। ਜਹਾਂ ਬਸੇ ਦਿਨ ਰਾਤੀ, ਔਰ ਇਹ ਲਿਵ ਮੇਰੀ ਹੁਣ ਅਵਸਥਾ ਇਹ ਹੈ, ਮੈਂ ਹੁਣ ਉੱਥੇ ਮੇਰੀ ਸੁਰਤ ਰਹਿੰਦੀ ਹੈ ਜਿੱਥੇ ਮੈਂ ਦਿਨ ਰਾਤ ਸ਼ਬਦ ਵਿੱਚ ਹੀ ਸੁਰਤ ਜੋੜੀ ਰੱਖ।
ਭਾਵ ਹੁਣ ਸੁਰਤ ਲਗਾਤਾਰ ਜੁੜੀ ਰਹਿੰਦੀ। ਜਿਵੇਂ ਮੈਂ ਅਰਜ਼ ਕੀਤੀ ਹੈ ਵੀ ਤੂੰ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਫਿਰ ਕਹਿਣਾ ਲੋਕ ਜਾਣੇ ਇਹ ਗੀਤ ਹੈ ਤੋ ਬ੍ਰਹਮ ਵਿਚਾਰ, ਜਿਉ ਕਾਂਸ਼ੀ ਉਪਦੇਸ਼ ਹੋਏ ਮਾਨ ਸਮਰਤੀ ਪਰ। ਉਹ ਅਵਸਥਾ ਤੋ ਅੰਤ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਉਆ ਕਾ ਮਰਮ ਉਹੀ ਪਰ ਜਾਣੈ ਉਹ ਤੋਂ ਸਦਾ। ਇਹ ਜਿਹੜੀ ਸਾਰੀ ਅਵਸਥਾ ਹੈ ਰੱਬ ਦੀ ਜਿਹੜੀ ਲੀਲਾ ਹੈ ਇਹ ਰੱਬ ਹੀ ਜਾਣਦਾ ਔਰ ਉਹ ਅਬਨਾਸ਼ੀ ਹੈ, ਉਹ ਖਤਮ ਨਹੀਂ ਹੁੰਦਾ। ਉਹ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।